ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ, ਜਿੱਥੇ ਆਪਾਂ ਹਰ ਤਰ੍ਹਾਂ ਦੀ ਪ੍ਰੋਫਾਈਲ ਬਾਰੇ ਡਿਸਕਸ ਕਰਦੇ ਹਾਂ। ਇਸ ਸ਼ੋਅ ਦੇ ਵਿੱਚ ਅੱਜ ਵੀ ਆਪਾਂ ਖਾਸ ਤੌਰ ਤੇ ਜਿਹੜੇ ਸਟੂਡੈਂਟਸ ਵਿਦਆਊਟ ਆਇਲਸ ਜਾਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ, ਉਹਨਾਂ ਦੇ ਲਈ ਇੱਕ ਬਹੁਤ ਚੰਗੀ ਆਪਸ਼ਨ ਦੇ ਉੱਪਰ ਗੱਲ ਕਰਾਂਗੇ। ਤੇ ਇਹ ਸਾਰੀ ਜਾਣਕਾਰੀ ਦੇਣ ਲਈ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਮੌਜੂਦ ਨੇ ਜੀ ਈਜ਼ੀ ਵੇ ਕੰਸਲਟੈਂਸੀ ਤੋਂ ਵੀਜ਼ਾ ਐਕਸਪਰਟ ਮਿਸਟਰ ਗੁਰਤੇਜ ਸੰਧੂ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਰ, ਜਿਵੇਂ ਖਾਸ ਆਪਸ਼ਨ ਦੇ ਉੱਪਰ ਆਪਾਂ ਗੱਲ ਕਰਨ ਜਾ ਰਹੇ ਹਾਂ, ਹਾਲਾਂਕਿ ਸਟੂਡੈਂਟਸ ਨੂੰ ਪਤਾ ਹੁੰਦਾ ਲੇਕਿਨ ਅਵੇਅਰ ਨਹੀਂ ਹੁੰਦੇ ਸਟੂਡੈਂਟਸ। ਸੋ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿਹੜੀ ਉਹ ਖਾਸ ਆਪਸ਼ਨ ਹੈ, ਤੁਹਾਡੇ ਤੋਂ ਹੀ ਤੁਹਾਡੀ ਜ਼ੁਬਾਨੀ ਹੀ ਦਰਸ਼ਕਾਂ ਤੱਕ ਪੂਰੀ ਜਾਣਕਾਰੀ ਪਹੁੰਚਾਉਣਾ ਚਾਹਾਂਗੇ। ਬਿਲਕੁਲ ਜੀ, ਦੇਖੋ ਅਸੀਂ ਯੂਕੇ ਘੱਟੋ ਘੱਟ ਲਾਸਟ 3 ਈਅਰ ਤੋਂ ਕਰ ਰਹੇ ਹਾਂ, ਮਤਲਬ ਪ੍ਰੋਪਰ ਜਿਹੜਾ ਐਪਲੀਕੇਸ਼ਨਸ ਨੇ ਬਹੁਤ ਯੂਕੇ ਦੇ ਵਿੱਚ ਮੈਂ ਕਹਾਂ ਤਾਂ ਐਕਸਪਰਟ ਸਾਡੀ ਟੀਮ ਹੈ ਪੂਰੀ। ਔਰ ਪਿਛਲੇ ਅਸੀਂ 2-3 ਸਾਲ ਦੇ ਵਿੱਚ ਘੱਟੋ ਘੱਟ ਅਸੀਂ ਜਿਹੜਾ ਹੈ 400-500 ਸਟੂਡੈਂਟ ਨੂੰ ਵੀਜ਼ਾ ਦੇ ਚੁੱਕੇ ਹਾਂ ਔਰ ਸਾਰੇ ਸਟੂਡੈਂਟ ਬੜੇ ਖੁਸ਼ ਨੇ ਔਰ ਸੈਟਲ ਵੀ ਨੇ। ਦੇਖੋ ਅਗਰ ਮੈਂ ਪਹਿਲੇ ਸਾਲ ਦੀ ਗੱਲ ਕਰਾਂ ਤਾਂ ਬੜਾ ਈਜ਼ੀ ਸੀ ਵੀਜ਼ਾ ਔਰ ਵਿਦਆਊਟ ਆਇਲਸ ਬਹੁਤ ਬੱਚਿਆਂ ਦਾ ਵੀਜ਼ਾ ਲੱਗਦਾ ਸੀ ਔਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸੀ ਜੀ। ਐਵਰੀ ਈਅਰ ਜਿਹੜਾ ਹੈ ਹਰ ਇੱਕ ਚੀਜ਼ ਡਿਫਿਕਲਟ ਹੁੰਦੀ ਜਾਂਦੀ ਹੈ। ਸੈਕੰਡ ਈਅਰ ਜਿਹੜਾ ਹੋਰ ਡਿਫਿਕਲਟ ਹੋ ਗਿਆ। ਔਰ ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਅਗਰ ਬੱਚੇ ਦੇ ਨੰਬਰ ਅੱਜ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਯੂਨੀਵਰਸਿਟੀਜ਼ ਦੀ ਕਿ ਅਗਰ ਬੱਚੇ ਦੀ ਪਰਸੈਂਟੇਜ ਜਿਹੜੀ ਹੈਗੀ ਹੈ ਉਹ ਕੋਈ ਘੱਟੋ ਘੱਟ 60% ਤੋਂ ਘੱਟ ਨਹੀਂ ਹੋਣੀ ਚਾਹੀਦੀ ਔਰ 6 ਬੈਂਡ ਆਇਲਟਸ ਚਾਹੀਦਾ ਹੈ। ਅਗਰ ਵਿਦਆਊਟ ਆਇਲਟਸ ਦੀ ਗੱਲ ਕਰਦੇ ਹੋ ਤਾਂ 1-2 ਯੂਨੀਵਰਸਿਟੀਜ਼ ਹੀ ਹੈਗੀਆਂ ਨੇ ਜਿਹੜੀਆਂ ਲੈ ਰਹੀਆਂ ਨੇ, ਅਦਰਵਾਈਜ਼ ਸਭ ਨੇ ਬੰਦ ਕਰ ਦਿੱਤਾ ਹੈ। ਸਪੈਸ਼ਲੀ ਪੰਜਾਬ ਹਰਿਆਣਾ ਦੇ ਲਈ ਸਭ ਦੇ ਦਰਵਾਜ਼ੇ ਬੰਦ ਨੇ ਵਿਦਆਊਟ ਆਇਲਟਸ ਦੇ ਲਈ, ਇੱਕ ਅੱਧੀ ਯੂਨੀਵਰਸਿਟੀ ਨੂੰ ਛੱਡ ਕੇ। ਤਾਂ ਇਸ ਕਰਕੇ ਉਹਨਾਂ ਸਾਰੇ ਸਟੂਡੈਂਟਸ ਲਈ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਕਿਹੜੀ ਕੰਟਰੀ ਅਪਲਾਈ ਕਰਨ ਜਿੱਥੇ ਉਹਨਾਂ ਨੂੰ ਸੇਮ ਯੂਕੇ ਵਰਗੀਆਂ ਫੈਸਿਲਿਟੀਜ਼ ਮਿਲ ਜਾਣ, ਜਿੱਥੇ ਉਹਨਾਂ ਨੂੰ ਪੈਸਾ ਵੀ ਜਿਹੜਾ ਹੈ ਬਹੁਤ ਅੱਛਾ, ਇਨਕਮ ਵੀ ਜਿਹੜੀ ਹੈ ਬੜੀ ਅੱਛੀ ਹੋ ਜਾਵੇ। ਔਰ ਉਹ ਜਿਹੜੀ ਕੰਟਰੀਜ਼ ਦੀ ਮੈਂ ਗੱਲ ਕਰਾਂਗਾ, ਉਹ ਕੰਟਰੀਜ਼ ਜਿਹੜੀਆਂ ਹੈਗੀਆਂ ਨੇ 3-4 ਕੰਟਰੀਜ਼ ਦੀ ਅੱਜ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਜੀ ਫਿਨਲੈਂਡ ਦੇ ਲਈ। ਠੀਕ ਹੈ। ਫਿਨਲੈਂਡ ਇੱਕ ਇੱਦਾਂ ਦਾ ਕੰਟਰੀ ਹੈ ਜਿਹਦੀ ਪਰ ਕੈਪੀਟਲ ਇਨਕਮ ਜਿਹੜੀ ਹੈ ਯੂਕੇ ਦੇ ਮੁਕਾਬਲੇ ਬਹੁਤ ਅੱਛੀ ਹੈ। ਜਿਹੜੇ ਵੀ ਉੱਥੇ ਲੋਕ ਰਹਿੰਦੇ ਨੇ ਉਹ ਬਹੁਤ ਹੀ ਅੱਛਾ ਜੀਵਨ ਬਤੀਤ ਕਰਦੇ ਨੇ, ਬਹੁਤ ਅੱਛੀ ਇਨਕਮ ਹੈ ਉਹਨਾਂ ਦੀ। ਕਿਉਂਕਿ ਮੈਂ ਇੱਕ ਫੇਅਰ ਦੇ ਵਿੱਚ ਇੱਕ ਲੜਕੀ ਨੂੰ ਮਿਲਿਆ ਜੀ। ਉਹ ਲੜਕੀ ਇੰਡੀਅਨ ਹੈ ਔਰ ਉੱਥੇ ਸੈਟਲ ਹੈ। ਮੇਰੀ ਉਹਦੇ ਨਾਲ ਗੱਲ ਹੋਈ ਕਿ ਕਿਉਂਕਿ ਦੇਖੋ ਸਾਨੂੰ ਇਹ ਹੁੰਦਾ ਹੈ ਕਿ ਅਸੀਂ ਜਿਹੜੇ ਸਟੂਡੈਂਟ ਨੂੰ ਭੇਜਣਾ ਹੈ ਘੱਟੋ ਘੱਟ ਅਸੀਂ ਕਿਸੇ ਨਾਲ ਪਹਿਲਾਂ ਉਸ ਕੰਟਰੀ ਬਾਰੇ ਡਿਸਕਸ ਕਰੀਏ ਜਿਹੜਾ ਆਲਰੇਡੀ ਉਸ ਕੰਟਰੀ 'ਚ ਰਹਿ ਰਿਹਾ, ਤਾਂ ਕਿ ਅਸੀਂ ਉਹਨਾਂ ਨੂੰ ਸੱਚਾਈ ਅਤੇ ਉਹਨਾਂ ਨੂੰ ਐਕਚੁਅਲ ਪਿਕਚਰ ਦੇ ਨਾਲ ਜਿਹੜਾ ਹੈ ਰੂਬਰੂ ਕਰਾ ਸਕੀਏ ਕਿ ਕਿਤੇ ਕੋਈ ਝੂਠ ਗੱਲ ਨਾ ਹੋਵੇ। ਕਿਉਂਕਿ ਅਸੀਂ ਬੱਚਿਆਂ ਦੇ ਫਿਊਚਰ ਦਾ ਸਵਾਲ ਹੈ। ਕੱਲ੍ਹ ਨੂੰ ਇਹ ਨਾ ਹੋਵੇ ਕਿ ਬੱਚਾ ਉੱਥੇ ਜਾਵੇ ਅਤੇ ਉਹਨੂੰ ਲੱਗੇ ਯਾਰ ਮੈਂ ਇੱਥੇ ਤਾਂ ਫਸ ਗਿਆ ਆ ਕੇ ਅਤੇ ਕੁਛ ਹੈ ਹੀ ਨਹੀਂ ਹੈ। ਅਤੇ ਮੇਰੀ ਜਦੋਂ ਉਹਨਾਂ ਨਾਲ ਗੱਲ ਹੋਈ ਤਾਂ ਉਹਨੇ ਮੈਨੂੰ ਦੱਸਿਆ ਕਿ ਉਹ ਉੱਥੇ PR ਨੇ ਔਰ ਉਹ ਆਪਣੇ ਸਪਾਊਸ ਦੇ ਨਾਲ ਉੱਥੇ ਪੜ੍ਹਨ ਗਏ ਸੀ ਔਰ ਬਹੁਤ ਅੱਛੀ ਇਨਕਮ ਹੈ। ਉਹਨਾਂ ਦਾ ਸਪਾਊਸ ਜਿਹੜਾ ਹੈ ਘੱਟੋ ਘੱਟ 1.5 ਤੋਂ ਪੌਣੇ 2 ਲੱਖ ਰੁਪਏ ਪਰ ਮਹੀਨਾ ਉੱਥੇ ਕਮਾ ਰਿਹਾ ਔਰ ਖੁਦ ਵੀ ਜਿਹੜੀ ਆ ਉਹ ਘੱਟੋ ਘੱਟ 1.5-2 ਲੱਖ ਰੁਪਏ ਦੀ ਇਨਕਮ ਹੈਗੀ ਆ ਉਹਨਾਂ ਦੀ। ਇਟ ਮੀਨਸ ਕਿ ਬਹੁਤ ਹੀ ਅੱਛੀ ਜਿਹੜੀ ਅਰਨਿੰਗ ਹੈਗੀ ਹੈ ਫਿਨਲੈਂਡ ਦੇ ਵਿੱਚ। ਮੈਂ ਗੱਲ ਕਰਾਂ ਤਾਂ ਫਿਨਲੈਂਡ ਦਾ ਸਭ ਤੋਂ ਵਧੀਆ ਗੱਲ ਦੱਸਣੀ ਚਾਹਾਂਗਾ ਕਿ ਉੱਥੇ ਵਿਦ ਔਰ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ। ਅਗਰ ਯੂਕੇ ਤੁਸੀਂ ਅਪਲਾਈ ਕਰਨਾ ਹੋਵੇ ਤਾਂ ਤੁਹਾਨੂੰ ਘੱਟੋ ਘੱਟ 70% ਨੰਬਰ ਇੰਗਲਿਸ਼ ਵਿੱਚੋਂ ਚਾਹੀਦੇ ਨੇ, ਪਰ ਫਿਨਲੈਂਡ ਦੇ ਵਿੱਚ ਇਹੋ ਜਿਹੀ ਕੋਈ ਰਿਕੁਆਇਰਮੈਂਟ ਨਹੀਂ ਹੈ। ਅਗਰ ਤੁਸੀਂ ਇੰਗਲਿਸ਼ ਵਿੱਚੋਂ ਓਨਲੀ 55% ਹੈਗੇ ਨੇ ਔਰ ਓਵਰਆਲ 50% ਹੈਗੇ ਨੇ, ਤੁਸੀਂ ਅਪਲਾਈ ਕਰ ਸਕਦੇ ਹੋ। ਅਗਰ ਤੁਸੀਂ ਆਇਲਟਸ ਕੀਤਾ ਹੈ 6 ਬੈਂਡ ਨੇ, ਨੋ ਲੈਸ ਦੈਨ 5.5 ਬੈਂਡ ਨੇ ਔਰ ਓਵਰਆਲ ਬੇਸ਼ੱਕ ਤੁਹਾਡੇ 40% ਨੰਬਰ ਕਿਉਂ ਨਾ ਹੋਣ, ਤੁਸੀਂ ਅਪਲਾਈ ਕਰ ਸਕਦੇ ਹੋ। ਤੁਸੀਂ ਮਾਸਟਰ ਲਈ ਅਪਲਾਈ ਕਰ ਸਕਦੇ ਹੋ। ਬਿਲਕੁਲ ਜੀ, ਤੁਸੀਂ ਮਾਸਟਰ ਦੇ ਲਈ ਆਪਣੇ ਸਪਾਊਸ ਦੇ ਨਾਲ ਅਪਲਾਈ ਕਰ ਸਕਦੇ ਹੋ। ਸਪਾਊਸ ਨੇ ਬਾਅਦ ਜਾਣਾ, ਬਾਅਦ ਵਿੱਚ ਜਾ ਸਕਦਾ ਹੈ, ਬੱਚਾ ਹੈ ਬੱਚੇ ਨੂੰ ਲੈ ਕੇ ਜਾ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਮਾਸਟਰ ਵਿੱਚ ਪੜ੍ਹਨ ਜਾਂਦੇ ਹੋ ਤਾਂ ਤੁਹਾਡੇ ਸਪਾਊਸ ਨੂੰ ਸੇਮ ਯੂਕੇ ਵਾਂਗੂ ਵਰਕ ਪਰਮਿਟ ਮਿਲੇਗਾ। ਸੇਮ ਉਹਨੂੰ ਜਦੋਂ ਜਾਣਗੇ ਤਾਂ ਨਾਲ ਦੀ ਨਾਲ ਉਹਨੂੰ ਜਿਹੜਾ ਹੈ ਫੁੱਲ ਸਟੱਡੀ ਵਰਕ ਪਰਮਿਟ ਜਿਹੜਾ ਸ਼ੁਰੂ ਹੋ ਜਾਏਗਾ। ਤਾਂ ਇਸ ਕਰਕੇ ਫਿਨਲੈਂਡ ਇੱਕ ਬਹੁਤ ਹੀ ਵਧੀਆ ਕੰਟਰੀ ਹੈਗਾ। ਪੜ੍ਹਨ ਦੀਆਂ ਬਹੁਤ ਅੱਛੀਆਂ ਆਪਸ਼ਨਸ ਨੇ। ਤੁਸੀਂ IT ਲਈ ਜਾਣਾ ਹੈ, ਤੁਸੀਂ ਮੈਡੀਕਲ ਲਈ ਜਾਣਾ ਹੈ, ਤੁਸੀਂ ਕੋਈ ਵੀ ਟੈਕਨੀਕਲ ਕੋਰਸ ਕਰਨ ਜਾਣਾ ਹੈ, ਤੁਸੀਂ ਕੋਈ ਵੀ ਮਾਸਟਰ ਕਰਨੀ ਹੈ, MBA ਕਰਨੀ ਹੈ, ਮੈਨੇਜਮੈਂਟ ਦੇ ਕੋਰਸ ਕਰਨੇ ਨੇ, ਤੁਸੀਂ ਜਾ ਸਕਦੇ ਹੋ। ਜੀ। ਸਭ ਤੋਂ ਵਧੀਆ ਗੱਲ ਜਿਹੜੀ ਫਿਨਲੈਂਡ ਦੀ ਹੋਰ ਦੱਸਣਾ ਚਾਹਾਂਗਾ ਕਿ ਅਸੀਂ ਬਹੁਤ ਸਾਰੀ ਕੰਟਰੀ ਭੇਜਦੇ ਹਾਂ ਬੱਚਿਆਂ ਨੂੰ। ਕਿਸੇ ਦੇ 20 ਘੰਟੇ ਕੰਮ ਅਲਾਉਡ ਹੁੰਦਾ ਹੈ, ਕਿਸੇ ਦਾ 16 ਹੁੰਦਾ ਹੈ, ਕਿਸੇ ਦਾ ਮਤਲਬ ਜਿਹੜਾ ਨਾਲ ਕੰਮ ਅਲਾਉਡ ਜਿਹੜਾ ਘੱਟ ਹੁੰਦਾ ਹੈ। ਬਟ ਫਿਨਲੈਂਡ ਦੇ ਵਿੱਚ ਹਰ ਇੱਕ ਬੱਚੇ ਨੂੰ 25 ਘੰਟੇ ਕੰਮ ਅਲਾਉਡ ਹੈ। 25 ਆਵਰਸ ਯੂ ਕੈਨ ਵਰਕ
ਐਟ ਦ ਟਾਈਮ ਆਫ ਵਾਈਲ ਸਟੱਡਿੰਗ। ਤਾਂ ਇਸ ਕਰਕੇ ਤੁਸੀਂ ਅਗਰ ਸਟੂਡੈਂਟ ਹੋ, ਤੁਸੀਂ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬੇਸ਼ੱਕ ਉੱਥੇ ਜਿਹੜਾ 25 ਘੰਟੇ ਕੰਮ ਕਰਕੇ ਆਪਣੀ ਅਗਲੀ ਫੀਸ ਕੱਢ ਸਕਦੇ ਹੋ। ਮਾਸਟਰ ਦੀ ਫੀਸ 21 ਸਾਲ ਦੀ ਜਾਣੀ ਹੈ, ਦੂਜੇ ਸਾਲ ਦੀ ਨਹੀਂ ਹੈਗੀ, ਜਾਂ 2 ਸਾਲ ਦੀ ਅਗਰ ਸਟੱਡੀ ਹੈਗੀ ਹੈ ਤਾਂ ਕੋਈ ਜ਼ਿਆਦਾ ਫੀਸ ਨਹੀਂ ਹੈਗੀ। ਤਾਂ ਇਸ ਕਰਕੇ ਜਿਹੜਾ ਫਿਨਲੈਂਡ ਹੈਗਾ ਹੈ ਇੱਕ ਬੈਸਟ ਆਪਸ਼ਨ ਹੋ ਸਕਦਾ ਸਾਡੇ ਸਟੂਡੈਂਟਸ ਦੇ ਲਈ। ਔਰ ਇਸ ਤੋਂ ਇਲਾਵਾ ਜਿਹੜੇ ਸਟੂਡੈਂਟਸ ਰਿਫਿਊਜ਼ ਨੇ, ਬੇਸ਼ੱਕ ਉਹ ਕੈਨੇਡਾ ਤੋਂ ਰਿਫਿਊਜ਼ ਨੇ, ਆਸਟ੍ਰੇਲੀਆ ਤੋਂ ਰਿਫਿਊਜ਼ ਨੇ, ਯੂਕੇ ਤੋਂ ਰਿਫਿਊਜ਼ ਨੇ, ਜਾਂ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਨੇ, ਪਰ ਉਹਨਾਂ ਦਾ ਪ੍ਰੋਫਾਈਲ ਅੱਛਾ ਸੀ ਔਰ ਉਹਨਾਂ ਦਾ ਵੀਜ਼ਾ ਕਿਸੇ ਕਾਰਨ ਨਹੀਂ ਆ ਸਕਿਆ, ਉਹਨਾਂ ਲਈ ਇੱਕ ਬੈਸਟ ਆਪਸ਼ਨ ਜਿਹੜਾ ਇਹ ਕੰਟਰੀ ਹੋ ਸਕਦਾ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ, ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਆਪਸ਼ਨ ਦਾ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਜੋ ਹੈ ਫਾਇਦਾ ਜ਼ਰੂਰ ਚੱਕਣਗੇ। ਬਾਕੀ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਤੁਸੀਂ ਇਹ ਨੰਬਰ ਨੋਟ ਕਰ ਲਓ ਤੇ ਈਜ਼ੀ ਵੇ ਕੰਸਲਟੈਂਸੀ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸੈਕਟਰ 17 ਚੰਡੀਗੜ੍ਹ ਵਿੱਚ ਇਹਨਾਂ ਦਾ ਆਫਿਸ ਹੈ। ਸੋ ਪੂਰੀ ਡਿਟੇਲਸ ਜੋ ਹੈ ਐਡਰੈਸ ਦੀ ਉਹ ਵੀ ਚੱਲ ਰਹੀ ਹੈ। ਤੁਹਾਨੂੰ ਜਦੋਂ ਵੀ ਟਾਈਮ ਲੱਗੇ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਕਰੋ। ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਅੱਜ ਖਾਸ ਆਪਸ਼ਨਸ ਦੀ, ਜਿਹੜੇ ਵਿਦਆਊਟ ਆਇਲਸ ਜਾਣਾ ਚਾਹੁੰਦੇ ਨੇ, ਰਿਫਿਊਜ਼ਲ ਲੱਗ ਚੁੱਕੀ ਹੈ, ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ, ਸੋ ਹੋਰ ਵੀ ਕਈ ਆਪਸ਼ਨਸ ਨੇ। ਤੇ ਅਗਲੀ ਆਪਸ਼ਨ ਤੇ ਵਧਣ ਤੋਂ ਪਹਿਲਾਂ ਮੈਂ ਜ਼ਰੂਰ ਫਿਨਲੈਂਡ ਬਾਰੇ ਹੀ, ਇਸਦੇ ਫੰਡਸ ਬਾਰੇ, ਇਸਦੇ ਖਰਚੇ ਬਾਰੇ ਵੀ ਗੱਲ ਕਰਨਾ ਚਾਹਾਂਗੀ ਜੀ। ਹਾਂਜੀ ਬਿਲਕੁਲ, ਜੇਕਰ ਅਸੀਂ ਖਰਚੇ ਦੀ ਗੱਲ ਕਰੀਏ ਤਾਂ ਦੇਖੋ, ਮੈਂ ਅਗਰ ਇਹਨੂੰ ਕੰਪੈਰੀਜ਼ਨ ਜਿਸ ਤਰ੍ਹਾਂ ਪਹਿਲਾਂ ਯੂਕੇ ਨਾਲ ਕਰ ਰਹੇ ਹਾਂ, ਕਿਉਂਕਿ ਯੂਕੇ ਲਈ ਬੱਚੇ ਬਹੁਤ ਜਾਣਾ ਚਾਹੁੰਦੇ ਨੇ, ਤੇ ਜੇਕਰ ਤੁਸੀਂ ਯੂਕੇ 'ਚ ਫੀਸ ਦੀ ਗੱਲ ਕਰੋ ਤਾਂ ਤੁਹਾਡੀ 10,000 ਪਾਉਂਡ ਤੋਂ ਲੈ ਕੇ 13-14,000 ਪਾਉਂਡ ਤੱਕ ਸਾਲ ਦੀ ਫੀਸ ਹੈ। ਮਤਲਬ 10 ਲੱਖ ਤੋਂ ਲੈ ਕੇ 12-13 ਲੱਖ ਰੁਪਇਆ ਤੁਹਾਡੀ ਸਾਲ ਦੀ ਫੀਸ ਹੈ। ਅਗਰ ਮੈਂ ਫਿਨਲੈਂਡ ਦੀ ਗੱਲ ਕਰਾਂ ਤਾਂ 8 ਤੋਂ 9,000 ਯੂਰੋ ਫੀਸ ਆ। ਇਟ ਮੀਨਸ ਕਿ ਤੁਹਾਡੀ ਜਿਹੜੀ ਫੀਸ ਆ ਉਹ 6-6.5 ਲੱਖ ਰੁਪਏ ਦੇ ਵਿੱਚ ਰਹੇਗੀ, ਔਰ ਤੁਸੀਂ 50% ਫੀਸ ਪੇ ਕਰਕੇ ਜਾ ਸਕਦੇ ਹੋ। ਬਿਲਕੁਲ ਜੀ 3-4 ਲੱਖ ਰੁਪਇਆ ਤੁਸੀਂ ਪੇ ਕਰਕੇ ਜਾ ਸਕਦੇ ਹੋ। ਔਰ ਜਿਹੜੇ ਤੁਹਾਨੂੰ ਫੰਡ ਹੈ ਉਹ 13 ਤੋਂ 14 ਲੱਖ ਦੇ ਚਾਹੀਦੇ ਨੇ, 1-1.5 ਮਹੀਨਾ ਪੁਰਾਣੇ ਸੇਮ ਚਾਹੀਦੇ ਨੇ, ਔਰ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ। ਔਰ ਇੰਨੀ ਘੱਟ ਫੀਸ ਦੇ ਵਿੱਚ ਪੜ੍ਹਨਾ ਜਿਹੜਾ ਹੈ, ਔਰ ਤੁਹਾਨੂੰ ਇੱਕ ਦਿਨ ਵੀ ਇਹ ਫੀਲ ਨਹੀਂ ਹੋਏਗਾ ਕਿ ਤੁਸੀਂ ਯੂਕੇ ਦੇ ਕਿਸੇ ਵੀ ਸਟੂਡੈਂਟ ਨੂੰ ਘੱਟ ਕਮਾ ਰਹੇ ਹੋ। ਤੁਸੀਂ 100% ਯੂਕੇ ਦੇ ਸਟੂਡੈਂਟ ਨੂੰ ਜ਼ਿਆਦਾ ਕਮਾਓਗੇ। ਔਰ ਅਗਰ ਮੈਂ ਯੂਰਪ ਦੀ ਕਿਸੇ ਹੋਰ ਕੰਟਰੀ ਦੀ ਗੱਲ ਕਰਾਂ, ਜੇ ਮੈਂ ਪੋਲੈਂਡ ਦੀ ਗੱਲ ਕਰਾਂ, ਜੇ ਮੈਂ ਲਾਤਵੀਆ ਦੀ ਗੱਲ ਕਰਾਂ, ਜੇ ਮੈਂ ਗ੍ਰੀਸ ਦੀ ਗੱਲ ਕਰਾਂ, ਜਾਂ ਹੋਰ ਕਾਫੀ ਕੰਟਰੀਆਂ ਜਿਹੜੀਆਂ ਪ੍ਰਮੋਟ ਹੋ ਰਹੀਆਂ ਨੇ, ਉਹਨਾਂ ਨਾਲੋਂ 100 ਗੁਣਾ ਜ਼ਿਆਦਾ ਅੱਛਾ ਕੰਟਰੀ ਹੈ। ਇਟ ਮੀਨਸ ਕਿ ਉਹਨਾਂ ਦੀ ਕਰੰਸੀ ਤੇ ਇਹਨਾਂ ਦਾ ਬਹੁਤ ਜ਼ਿਆਦਾ ਫਰਕ ਹੈਗਾ। ਉੱਥੇ ਤੁਸੀਂ ਜੇਕਰ ਮਹੀਨੇ ਦਾ ਸਿਰਫ 35-40 ਹਜ਼ਾਰ ਕਮਾ ਸਕਦੇ ਹੋ ਤਾਂ ਇੱਥੇ ਤੁਸੀਂ 1.5-2 ਲੱਖ ਰੁਪਏ ਕਮਾ ਸਕਦੇ ਹੋ। ਔਰ ਪੜ੍ਹਨ ਦੇ ਨਾਲ ਜਿਹੜੇ ਸਾਰੇ ਕੋਰਸਸ ਨੇ ਉਹ ਲੀਡਿੰਗ ਟੂ ਪੀਆਰ ਨੇ। ਜਿਹੜੀ ਬਹੁਤ ਵੱਡੀ ਗੱਲ ਇਹ ਹੈ ਕਿ ਪੀਆਰ ਮਿਲੇਗੀ ਕਿਵੇਂ। ਜਿਹੜਾ ਸਟੂਡੈਂਟ ਇੱਥੋਂ ਪੜ੍ਹਨ ਜਾ ਰਿਹਾ ਹੈ, ਅਗਰ ਉੱਥੇ 4 ਸਾਲ ਸਟੇ ਕਰਦਾ ਹੈ, 4 ਸਾਲ ਕੰਮ ਕਰਦਾ ਹੈ, ਪਹਿਲਾਂ 2 ਸਾਲ ਦਾ ਤੁਹਾਨੂੰ ਵਰਕ ਪਰਮਿਟ ਮਿਲੇਗਾ। ਉਸ ਤੋਂ ਬਾਅਦ ਪਹਿਲਾਂ ਜਿਹੜਾ 2 ਸਾਲ ਦਾ ਸਟੇ ਬੈਕ ਵੀਜ਼ਾ ਹੁੰਦਾ, ਉਹਦੇ ਤੁਸੀਂ ਕੰਮ ਲੱਭਣਾ ਹੁੰਦਾ ਹੈ। ਜਦੋਂ ਕੰਮ ਲੱਭ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਹੈ 2 ਸਾਲ ਦਾ ਵਰਕ ਪਰਮਿਟ ਲਓਗੇ। ਉਸ ਤੋਂ ਬਾਅਦ ਉਹਨੂੰ ਵਰਕ ਪਰਮਿਟ ਨੂੰ ਐਕਸਟੈਂਡ ਕਰਾਓਗੇ 2 ਸਾਲ ਹੋਰ, ਤਾਂ 4 ਸਾਲ ਦੇ ਸਟੇ ਬੈਕ ਤੋਂ ਬਾਅਦ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਜੀ ਉੱਥੋਂ ਦੀ ਪੀਆਰ ਲੈਣ ਲਈ। ਠੀਕ ਹੈ ਜੀ ਜੀ ਬਿਲਕੁਲ, ਕਿਉਂਕਿ ਅਗਲਾ ਸਵਾਲ ਹਰੇਕ ਦਾ ਪੀਆਰ ਨੂੰ ਲੈ ਕੇ ਜ਼ਰੂਰ ਹੁੰਦਾ ਕਿ ਅਸੀਂ ਕਿਤੇ ਵੀ ਜਾ ਰਹੇ ਹਾਂ, ਸਟੂਡੈਂਟਸ ਨੂੰ ਹੁੰਦਾ ਕਿ ਪੀਆਰ 'ਚ ਸਾਨੂੰ ਕੋਈ ਦਿੱਕਤ ਨਾ ਆਵੇ। ਸੋ ਫਿਨਲੈਂਡ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਮੈਂ ਜ਼ਰੂਰ ਇਹਨਾਂ ਆਪਸ਼ਨਸ ਉੱਪਰ ਜਦੋਂ ਆਪਾਂ ਗੱਲ ਕਰਦੇ ਹਾਂ, ਪ੍ਰੋਸੈਸ ਨੂੰ ਵੀ ਸਮਝਣਾ ਚਾਹੂੰਗੀ। ਕਿੰਨਾ ਪ੍ਰੋਸੈਸ ਹੈ, ਕਿਹੜੇ ਇਨਟੇਕ ਲਈ ਸਟੂਡੈਂਟਸ ਅਪਲਾਈ ਕਰ ਸਕਦੇ ਨੇ, ਸਪਾਊਸ ਦੀ ਜਦੋਂ ਆਪਾਂ ਨਾਲ ਜਾਣ ਦੀ ਗੱਲ ਕਰਦੇ ਹਾਂ ਤਾਂ ਕਿੰਨੀ ਕੁ ਫਾਰਮੈਲਿਟੀ ਹੋਰ ਵੱਧ ਜਾਂਦੀ ਹੈ। ਬਿਲਕੁਲ ਜੀ, ਦੇਖੋ ਅਕਤੂਬਰ ਇਨਟੇਕ ਲਈ ਅਪਲਾਈ ਕਰ ਸਕਦੇ ਹੋ। ਸਭ ਤੋਂ ਪਹਿਲਾ ਪ੍ਰੋਸੈਸ ਜਿਹੜਾ ਹੈਗਾ ਉਹ ਸਟੂਡੈਂਟ ਦੀ ਇੰਟਰਵਿਊ ਦਾ ਹੈ। ਅਗਰ ਉਹ ਇੰਟਰਵਿਊ ਕਲੀਅਰ ਕਰਦੇ ਨੇ, ਪਹਿਲਾਂ ਯੂਨੀਵਰਸਿਟੀ ਇੱਕ ਇੰਟਰਵਿਊ ਲੈ ਗਈ, ਕਿਉਂਕਿ ਵਿਦਆਊਟ ਆਇਲਸ ਤੁਸੀਂ ਅਪਲਾਈ ਕਰ ਰਹੇ ਹੋ, ਤਾਂ ਇਸ ਕਰਕੇ ਤੁਹਾਡੀ ਇੱਕ ਛੋਟੀ ਜਿਹੀ ਇੰਟਰਵਿਊ ਹੋਏਗੀ। ਜਿਹੜੇ ਬੱਚੇ ਦੀ ਇੰਗਲਿਸ਼ ਵਧੀਆ ਹੈਗੀ ਉਹਨੂੰ ਕਲੀਅਰ ਕਰ ਜਾਣਗੇ, ਕੋਈ ਪ੍ਰੋਬਲਮ ਨਹੀਂ ਹੈ। ਔਰ ਕਈ ਕੋਰਸਿਸ ਦੇ ਵਿੱਚ ਇੱਕ ਦਾ ਟੈਸਟ ਹੁੰਦਾ ਹੈ ਪਹਿਲਾਂ, ਜਿਹੜਾ ਤੁਹਾਨੂੰ ਦੇਣਾ ਪੈਂਦਾ ਹੈ। ਅਗਰ ਉਹ ਟੈਸਟ ਤੁਸੀਂ ਕਲੀਅਰ ਕਰ ਜਾਂਦੇ ਹੋ ਉਹਨਾਂ ਕੋਰਸਿਸ ਦੇ ਵਿੱਚ ਤਾਂ ਤੁਸੀਂ ਅੱਗੇ ਵੱਧ ਸਕਦੇ ਹੋ। ਔਰ ਉਸ ਤੋਂ ਬਾਅਦ ਤੁਹਾਡੀ ਆਫਰ ਲੈਟਰ ਇਸ਼ੂ ਹੁੰਦੀ ਹੈ। ਆਫਰ ਲੈਟਰ ਤੋਂ ਬਾਅਦ ਜਿਹੜਾ ਤੁਸੀਂ ਫੀਸ ਪੇ ਕਰਦੇ ਹੋ, ਔਰ ਫੀਸ ਪੇ ਕਰਨ ਤੋਂ ਬਾਅਦ ਤੁਹਾਡੀ ਜਿਹੜੀ ਫਾਈਲ ਹੈ ਉਹ ਆਨਲਾਈਨ ਸਬਮਿਟ ਹੋਏਗੀ ਡਾਇਰੈਕਟਲੀ ਫਰੋਮ ਫਿਨਲੈਂਡ। ਔਰ ਉਸ ਤੋਂ ਬਾਅਦ ਤੁਸੀਂ ਸਿਰਫ ਇੱਥੇ ਜਿਹੜਾ ਹੈ ਆਪਣੇ ਫਿੰਗਰਸ ਲਈ ਜਾਓਗੇ। ਔਰ ਜਿਹੜਾ ਵੀਜ਼ਾ ਹੈ ਉਹਦੀ ਵੀ ਰੇਸ਼ੋ ਬਹੁਤ ਅੱਛੀ ਹੈ, 90% ਪਲੱਸ ਜਿਹੜਾ ਹੈ ਤੁਹਾਡੀ ਵੀਜ਼ਾ ਰੇਸ਼ੋ ਹੈਗੀ ਹੈ ਫਿਨਲੈਂਡ ਦੀ, ਔਰ ਆਰਾਮ ਨਾਲ ਤੁਸੀਂ ਵੀਜ਼ਾ ਲੈ ਸਕਦੇ ਹੋ। ਇਸ ਕਰਕੇ ਇਹ ਕੰਟਰੀ ਜਿਹੜਾ ਹੈ ਇਹ ਬੱਚਿਆਂ ਲਈ ਵਰਦਾਨ ਸਾਬਿਤ ਹੋ ਸਕਦਾ ਹੈ। ਅਗਰ ਤੁਸੀਂ ਆਪਣੇ ਸਪਾਊਸ ਨਾਲ ਜਾਣਾ ਹੈ ਤਾਂ ਸਪਾਊਸ ਦੇ ਵੀ ਫੰਡ ਚਾਹੀਦੇ ਹੋਣਗੇ। ਅਗਰ ਤੁਸੀਂ ਆਪਣੇ ਸਪਾਊਸ ਨੂੰ ਕੋਈ 2 ਮਹੀਨੇ ਰੁਕ ਕੇ ਲੈ ਕੇ ਜਾਣਾ ਤਾਂ 2 ਮਹੀਨੇ ਰੁਕ ਕੇ ਲੈ ਕੇ ਜਾ ਸਕਦੇ ਹੋ। ਮਤਲਬ 8 ਤੋਂ 9 ਲੱਖ ਰੁਪਏ ਜਿਹੜਾ ਸਪਾਊਸ ਦੇ ਫੰਡ ਦਾ ਚਾਹੀਦਾ। ਤਾਂ ਇਸ ਕਰਕੇ ਇਹ ਆਪਸ਼ਨ ਤੁਸੀਂ ਅਡਾਪਟ ਕਰ ਸਕਦੇ ਹੋ ਤਾਂ ਕਿ ਤੁਸੀਂ ਕੱਲ੍ਹ ਨੂੰ ਜਿਹੜਾ ਹੈ ਫਿਨਲੈਂਡ ਆਪਣਾ ਸੈਟਲ ਹੋ ਸਕੋ ਔਰ ਇੱਕ ਅੱਛੀ ਲਾਈਫ ਦੇ ਵੱਲ ਅੱਗੇ ਵੱਧ ਸਕੋ। ਕਿਉਂਕਿ ਫਿਨਲੈਂਡ ਦੇ ਪਾਸਪੋਰਟ 'ਤੇ ਤੁਸੀਂ
125 ਤੋਂ ਵੀ ਵੱਧ ਕੰਟਰੀਆਂ ਜਿਹੜੀਆਂ ਟਰੈਵਲ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਹੈ। ਜੀ 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 ਬਿਲਕੁਲ। ਸੋ ਢੇਰ ਸਾਰੇ ਫਾਇਦੇ ਨੇ। ਜ਼ਰੂਰ ਕੋਈ ਸਵਾਲ ਹੋਵੇ ਤਾਂ ਨੰਬਰ ਵੀ ਡਿਸਪਲੇ ਹੋ ਰਿਹਾ, ਤੁਸੀਂ ਬੇਝਿਜਕ ਜੋ ਹੈ ਇਸ ਨੰਬਰ ਦੇ ਉੱਪਰ ਕਾਲ ਕਰਕੇ ਈਜ਼ੀ ਵੇ ਕੰਸਲਟੈਂਸੀ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰੋ, ਤਾਂ ਕਿ ਕੋਈ ਵੀ ਡਾਊਟ ਤੁਹਾਡੇ ਮਾਈਂਡ ਵਿੱਚ ਨਾ ਰਹੇ। ਹਰੇਕ ਡਾਊਟ ਕਲੀਅਰ ਕਰੋ ਤੇ ਟਾਈਮਲੀ ਜੋ ਹੈ ਤੁਸੀਂ ਪ੍ਰੋਸੈਸ ਸ਼ੁਰੂ ਕਰਵਾ ਕੇ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ। ਹੋਰ ਸਰ ਕਿਹੜੀ ਹੋਰ ਆਪਸ਼ਨਸ ਹੈ ਜਿਸ ਦਾ ਸਟੂਡੈਂਟਸ ਅੱਜ ਦੇ ਟਾਈਮ ਵਿੱਚ ਫਾਇਦਾ ਚੱਕ ਸਕਦੇ ਨੇ? ਦੇਖੋ ਹੋਰ ਬੱਚੇ ਜਿਹੜੇ ਬੱਚਿਆਂ ਦਾ ਦੇਖੋ ਜਿਨ੍ਹਾਂ ਨੂੰ ਤਾਂ ਪਤਾ ਹੈ ਵੈਲਿਊ ਇਸ ਕੰਟਰੀ ਦੀ, ਉਹਨਾਂ ਨੂੰ ਉਹ ਤਾਂ ਸਾਡੇ ਕੋਲ ਆਉਂਦੇ ਹੀ ਸਪੈਸ਼ਲੀ ਇਸੇ ਲਈ ਨੇ ਕਿ ਨਹੀਂ ਜੀ ਅਸੀਂ ਇਸ ਕੰਟਰੀ ਜਾਣਾ। ਦੂਜੀ ਜਿਹੜੀ ਕੰਟਰੀ ਦੀ ਗੱਲ ਕਰਨ ਜਾ ਰਹੇ ਹਾਂ ਜੀ ਉਹ ਹੈ ਨੀਦਰਲੈਂਡ ਤੇ ਹਾਲੈਂਡ, ਇੱਕ ਹੀ ਨਾਮ ਹੈ ਜੀ। ਨੀਦਰਲੈਂਡ ਦਾ ਦੂਸਰਾ ਨਾਮ ਹਾਲੈਂਡ ਹੈ। ਔਰ ਇਸ ਕੰਟਰੀ ਦੇ ਵਿੱਚ ਲੋਕ ਜਿਹੜੇ ਨੇ ਬਹੁਤ ਐਕਸਾਈਟਡ ਹੁੰਦੇ ਨੇ ਜਾਣ ਨੂੰ, ਕਿਉਂਕਿ ਕੰਟਰੀ ਹੈ ਇੱਕ ਤਰ੍ਹਾਂ ਦਾ ਸਵਰਗ ਹੈ। ਔਰ ਇੱਥੇ ਜਿਹੜਾ ਰਹਿਣਾ ਹੈ ਉਹ ਬਹੁਤ ਵਧੀਆ ਹੈ, ਇਨਕਮ ਬਹੁਤ ਜ਼ਿਆਦਾ ਹੈਗੀ ਹੈ। ਔਰ ਵੀਜ਼ਾ ਦੀ ਰੇਸ਼ੋ ਜਿਹੜੀ ਮੈਂ ਕਹਾਂਗਾ 99% ਆ, ਕਿਸੇ ਦਾ ਵੀਜ਼ਾ ਰਿਜੈਕਟ ਨਹੀਂ ਹੁੰਦਾ ਅਗਰ ਉਹਨੇ ਸਭ ਡਾਕੂਮੈਂਟੇਸ਼ਨ ਅੱਛੇ ਤਰੀਕੇ ਨਾਲ ਦਿੱਤੇ ਨੇ। ਬਿਲਕੁਲ। ਔਰ ਜਿਹੜਾ ਇਹ ਵੀਜ਼ਾ ਹੈ ਤੁਹਾਨੂੰ ਯੂਨੀਵਰਸਿਟੀ ਨੇ ਹੀ ਲਵਾ ਕੇ ਦੇਣਾ ਹੈ, ਤੁਹਾਡਾ ਕੋਈ ਲੈਣਾ ਦੇਣਾ ਨਹੀਂ ਵੀਜ਼ੇ ਨਾਲ। ਤੁਸੀਂ ਸਿਰਫ ਡਾਕੂਮੈਂਟੇਸ਼ਨ ਉਹਨਾਂ ਦੀ ਪੂਰੀ ਕਰਨੀ ਹੈ ਔਰ ਉੱਥੋਂ ਹੀ ਵੀਜ਼ਾ ਲੱਗੇਗਾ। ਫੀਸ ਦੀ ਗੱਲ ਕਰਾਂ ਤਾਂ ਕੋਈ 10,000 ਯੂਰੋ ਦੇ ਕਰੀਬ ਫੀਸ ਹੈਗੀ ਹੈ। ਔਰ ਤੁਸੀਂ ਇਹ ਜਿਹੜੀ ਫੀਸ ਹੈ 21 ਵਾਰੀ 'ਚ ਦੇਣੀ ਹੁੰਦੀ ਹੈ। ਔਰ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਜੀ, ਮਾਸਟਰ ਕਰਨ ਲਈ ਜਾ ਸਕਦੇ ਹੋ, ਬੈਚਲਰ ਕਰਨ ਲਈ ਜਾ ਸਕਦੇ ਹੋ। ਸੇਮ ਇਹਦੇ 'ਚ ਵੀ ਹੈ ਜੀ 1 ਸਾਲ ਦਾ ਸਟੇ ਬੈਕ ਵੀਜ਼ਾ ਹੈਗਾ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੇਗਾ ਅਗਰ ਤੁਸੀਂ ਵਰਕ ਪਰਮਿਟ ਲਈ ਅਪਲਾਈ ਕਰਨਾ ਚਾਹੁੰਦੇ ਹੋ। ਇੱਥੇ ਜਿਹੜਾ ਸਟੇ ਬੈਕ ਹੈਗਾ ਉਹ 5 ਸਾਲ ਦਾ ਜੀ। ਜਿੱਥੇ ਤੁਹਾਨੂੰ ਫਿਨਲੈਂਡ ਦੇ ਵਿੱਚ 4 ਸਾਲ ਦਾ ਸੀ, ਉੱਥੇ ਤੇ 5 ਸਾਲ ਦਾ ਸਟੇ ਬੈਕ ਹੈਗਾ। ਅਗਰ ਤੁਸੀਂ 5 ਸਾਲ ਉੱਥੇ ਰਹਿ ਕੇ ਕੰਮ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਹੈ PR ਉੱਥੋਂ ਦੀ ਮਿਲ ਜੇਗੀ। ਔਰ ਬਹੁਤ ਹੀ ਸੋਹਣਾ ਕੰਟਰੀ ਹੈ। ਤੁਸੀਂ ਕਿਤੇ ਨੀਦਰਲੈਂਡ ਨੂੰ ਆਨਲਾਈਨ ਜਾ ਕੇ ਸਰਚ ਕਰੋ ਔਰ ਦੇਖੋ ਕਿ ਕਿੰਨੀਆਂ ਖੂਬੀਆਂ ਨੇ ਨੀਦਰਲੈਂਡ ਦੇ ਵਿੱਚ ਔਰ ਕਿਉਂ ਲੋਕ ਉੱਥੇ ਸੈਟਲ ਹੋਣਾ ਚਾਹੁੰਦੇ ਨੇ। ਲੋਕ ਸਾਰੇ ਸ਼ੈਨੇਗਨ ਤੋਂ ਮੂਵ ਹੋ ਕੇ ਨੀਦਰਲੈਂਡ ਜਾਂਦੇ ਨੇ, ਕਿਉਂਕਿ ਨੀਦਰਲੈਂਡ ਦੀ ਬਹੁਤ ਅੱਛੀ ਮੈਂ ਕਹਾਂਗਾ ਕਿ ਪਰ ਕੈਪੀਟਲ ਇਨਕਮ ਹੈਗੀ ਹੈ, ਅਰਨਿੰਗ ਬਹੁਤ ਅੱਛੀ ਹੈਗੀ ਹੈ। ਇਸ ਕਰਕੇ ਤੁਸੀਂ ਨੀਦਰਲੈਂਡ ਜਿਹੜਾ ਹੈ ਜਾ ਸਕਦੇ ਹੋ ਔਰ ਬਹੁਤ ਅੱਛਾ ਵੈਦਰ ਵੀ ਰਹਿੰਦਾ ਹੈ। ਜੀ ਜੀ ਬਿਲਕੁਲ। ਤੇ ਸਰ ਮੈਂ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹਾਂਗੀ, ਲਾਈਕ ਅਗਰ ਅਸੀਂ ਬਹੁਤ ਅੱਛੀ ਪ੍ਰੋਫਾਈਲਸ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਪ੍ਰਾਇੋਰਟੀ ਕੈਨੇਡਾ ਆਸਟ੍ਰੇਲੀਆ ਹੀ ਰਹਿੰਦੀ ਹੈ। ਤੁਸੀਂ ਜਿਹੜੀ ਆਪਸ਼ਨਸ ਉੱਪਰ ਆਪਾਂ ਅੱਜ ਗੱਲ ਕਰ ਰਹੇ ਹਾਂ, ਕਿਹੜੇ ਪ੍ਰੋਫਾਈਲਸ ਨੂੰ ਰਿਕਮੈਂਡ ਕਰਦੇ ਹੋ ਕਿ ਇਹ ਵਾਲੀ ਕੰਟਰੀਜ਼ ਵਿੱਚ ਇਹ ਵਾਲੀ ਥਾਵਾਂ 'ਤੇ ਅਪਲਾਈ ਕਰਨ ਤੇ ਉਹਨਾਂ ਦਾ ਬਹੁਤ ਟਾਈਮ ਸਿਕਿਉਰ ਹੋਏਗਾ ਔਰ ਬਹੁਤ ਚੰਗੀ ਇੱਕ ਡੈਸਟੀਨੇਸ਼ਨ ਉਹਨਾਂ ਨੂੰ ਮਿਲ ਜਾਏਗੀ? ਬਿਲਕੁਲ। ਦੇਖੋ ਜਿਨ੍ਹਾਂ ਬੱਚਿਆਂ ਦੇ 6 ਬੈਂਡ ਓਵਰਆਲ ਹੈਗੇ ਨੇ, ਬੇਸ਼ੱਕ ਉਹ ਕਿਤੋਂ ਵੀ ਰਿਫਿਊਜ਼ ਨੇ, ਕੋਈ ਦਿੱਕਤ ਨਹੀਂ ਹੈ। ਤੁਸੀਂ ਉੱਥੇ ਜਾ ਸਕਦੇ ਹੋ, ਉੱਥੇ ਰਹਿ ਸਕਦੇ ਹੋ, ਉੱਥੇ ਕੰਮ ਕਰ ਸਕਦੇ ਹੋ, ਪੜ੍ਹ ਸਕਦੇ ਹੋ, ਬੱਚੇ ਨੂੰ ਨਾਲ ਲੈ ਕੇ ਜਾ ਸਕਦੇ ਹੋ, ਹਸਬੈਂਡ ਨੂੰ ਨਾਲ ਲੈ ਕੇ ਜਾ ਸਕਦੇ ਹੋ, ਵਾਈਫ ਨੂੰ ਨਾਲ ਲੈ ਕੇ ਜਾ ਸਕਦੇ ਹੋ। ਔਰ ਤੁਹਾਡਾ ਸਭ ਤੋਂ ਵਧੀਆ ਬੈਨੀਫਿਟ ਜਿਹੜਾ ਇਹਨਾਂ ਦੀ ਸਟੱਡੀ ਦਾ ਹੈਗਾ ਕਿ ਇਹ ਇੰਟਰਨਸ਼ਿਪ ਤੁਹਾਨੂੰ ਪੇਡ ਇੰਟਰਨਸ਼ਿਪ ਦਿੰਦੇ ਨੇ। ਇਟ ਮੀਨਸ ਕਿ ਤੁਸੀਂ ਅਗਰ ਮਾਸਟਰ ਲਈ ਗਏ ਜਾਂ ਬੈਚਲਰ ਲਈ ਗਏ, ਤੁਸੀਂ 1 ਸਾਲ ਪੜ੍ਹੇ, ਉਸ ਤੋਂ ਬਾਅਦ ਫਿਰ 6 ਮਹੀਨੇ ਇੰਟਰਨਸ਼ਿਪ, ਫਿਰ ਪੜ੍ਹੇ, ਫਿਰ ਇੰਟਰਨਸ਼ਿਪ, ਫਿਰ ਪੜ੍ਹੇ, ਫਿਰ ਇੰਟਰਨਸ਼ਿਪ। ਤਾਂ ਇਸ ਤਰ੍ਹਾਂ ਦੀ ਪੇਡ ਇੰਟਰਨਸ਼ਿਪ ਜਿਹੜੀ ਤੁਹਾਨੂੰ ਰੈਗੂਲਰ ਮਿਲਦੀ ਰਹਿੰਦੀ ਹੈ, ਜਿਹੜੀ ਤੁਹਾਨੂੰ ਕੱਲ੍ਹ ਨੂੰ ਜੌਬ ਲੱਭਣ ਦੇ ਵਿੱਚ ਜਿਹੜਾ ਹੈ ਬਹੁਤ ਹੀ ਜ਼ਿਆਦਾ ਹੈਲਪਫੁਲ ਰਹੇਗੀ। ਕਿਉਂਕਿ ਜਿਹੜੇ EMPLOYER ਕੋਲ ਤੁਸੀਂ ਕੰਮ ਕੀਤਾ, ਤੁਸੀਂ 6 ਮਹੀਨੇ ਕੰਮ ਕੀਤਾ, ਉਹ ਤੁਹਾਨੂੰ ਛੱਡਣਾ ਨਹੀਂ ਚਾਹੁੰਦਾ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨੇ ਸਭ ਕੁਝ ਸਿੱਖਿਆ ਹੈ। ਉਹ ਤੁਹਾਨੂੰ ਪਹਿਲਾਂ ਹੀ ਜਿਹੜਾ ਮੈਂ ਕਹਾਂਗਾ ਕਿ ਆਫਰ ਕਰ ਦਿੰਦਾ ਹੈ ਕਿ ਤੁਸੀਂ ਜਦੋਂ ਵੀ ਆਪਣੀ ਐਪਲੀਕੇਸ਼ਨ ਕੰਪਲੀਟ ਕਰਦੇ ਹੋ, ਸਟੱਡੀ ਕੰਪਲੀਟ ਕਰਦੇ ਹੋ, ਪਾਸ ਹੋ ਜਾਂਦੇ ਹੋ, ਤਾਂ ਤੁਸੀਂ ਉਸ ਤੋਂ ਬਾਅਦ ਸਾਡੇ ਕੋਲ ਹੀ ਜੁਆਇਨ ਕਰੋ। ਕਿਉਂਕਿ ਜਿਹੜਾ ਹੈ ਐਕਸਪਰਟ ਬੰਦਿਆਂ ਨੂੰ ਜਿਹੜਾ ਉੱਥੇ ਮਿਲਣਾ ਜਿਹੜਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਕਰਕੇ ਹਮੇਸ਼ਾ ਇੱਕ EMPLOYER ਚਾਹੁੰਦਾ ਹੈ ਕਿ ਉਹ ਇੱਕ ਬੈਸਟ EMPLOYEE ਨੂੰ ਚੂਜ਼ ਕਰੇ। ਇਸ ਕਰਕੇ ਬਹੁਤ ਵਰਲਡ ਦੀਆਂ ਬੈਸਟ ਰੈਂਕਿੰਗ ਯੂਨੀਵਰਸਿਟੀਜ਼ ਉੱਥੇ ਹੈਗੀਆਂ ਨੇ, ਜਿੱਥੇ ਤੁਸੀਂ ਪੜ੍ਹ ਸਕਦੇ ਹੋ ਔਰ ਅੱਗੇ ਜਾ ਕੇ ਜਿਹੜਾ ਹੈ ਤੁਹਾਨੂੰ ਉਹੀ ਵਰਕ ਪਰਮਿਟ ਕਨਵਰਟ ਹੋ ਜਾਂਦਾ ਔਰ ਉਸ ਤੋਂ ਬਾਅਦ PR ਲੈ ਲੈਣੇ ਉੱਥੇ। ਜੀ ਜੀ ਬਿਲਕੁਲ ਸਰ। ਜਿੱਥੇ ਅੱਜ ਦੇ ਟਾਈਮ ਵਿੱਚ ਹਰ ਕੋਈ ਪ੍ਰਮੋਟ ਵੀ ਜ਼ਿਆਦਾਤਰ ਕੈਨੇਡਾ ਆਸਟ੍ਰੇਲੀਆ ਨੂੰ ਹੀ ਕਰ ਰਿਹਾ, UK ਨੂੰ ਵੀ ਪ੍ਰਮੋਟ ਕਰ ਰਿਹਾ, ਪਰ ਤੁਸੀਂ ਇਹ ਖਾਸ ਆਪਸ਼ਨਸ ਲੈ ਕੇ ਆਏ ਹੋ। ਕਿਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਉੱਪਰ ਕੰਮ ਕੀਤਾ, ਰਿਸਰਚ ਕੀਤੀ ਔਰ ਸਮਝਿਆ ਕਿ ਵਾਕਈ ਸਾਡੇ ਸਟੂਡੈਂਟਸ ਲਈ ਇੱਕ ਬੈਨੀਫੀਸ਼ੀਅਲ ਪ੍ਰੋਜੈਕਟ ਜਾਂ ਪ੍ਰੋਗਰਾਮ ਰਹਿ ਸਕਦਾ ਹੈ? ਬਿਲਕੁਲ ਜੀ। ਦੇਖੋ ਇਹਨਾਂ ਸਭ ਆਪਸ਼ਨਸ ਨੂੰ ਲੈਣ ਤੋਂ ਪਹਿਲਾਂ ਅਸੀਂ ਹਮੇਸ਼ਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਕਿ ਪੂਰੀ ਰਿਸਰਚ ਕਰਦੇ ਹਾਂ। ਅਸੀਂ ਪ੍ਰੋਪਰ ਯੂਨੀਵਰਸਿਟੀਜ਼ ਨੂੰ ਮਿਲ ਕੇ ਆਏ ਹਾਂ, ਉੱਥੇ ਪ੍ਰੋਪਰ ਯੂਨੀਵਰਸਿਟੀ ਨਾਲ ਗੱਲ ਕੀਤੀ ਹੈ, ਉੱਥੇ ਲੋਕਾਂ ਨਾਲ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਉੱਥੇ ਜੀਵਨ ਹੈਗਾ, ਕਿਸ ਤਰ੍ਹਾਂ ਜਿਹੜਾ ਹੈ ਲੋਕ ਉੱਥੇ ਰਹਿ ਰਹੇ ਨੇ ਔਰ ਕਿਸ ਤਰ੍ਹਾਂ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਨੂੰ ਅੱਗੇ ਜਿਹੜਾ ਹੈ ਬਿਤਾ ਰਹੇ ਨੇ। ਇੰਡੀਅਨ ਸਟੂਡੈਂਟਸ ਦਾ ਕੀ ਹਾਲ ਹੈ ਔਰ ਕਿਵੇਂ ਜਿਹੜਾ ਹੈ ਉਹ ਉੱਥੇ ਖੁਸ਼ ਨੇ। ਦੇਖੋ ਅਗਰ ਮੈਂ ਇਹਨੂੰ ਕੰਪੈਰੀਜ਼ਨ ਕਰਾਂ, ਦੇਖੋ ਸਾਡੇ ਬੱਚੇ ਜਰਮਨੀ ਬਹੁਤ ਜਾਂਦੇ ਨੇ,
ਜਰਮਨੀ ਦੀ ਫੀਸ ਵੀ ਤਕਰੀਬਨ ਇਕੁਅਲ ਹੈਗੀ ਆ 10,000 ਯੂਰੋ ਜਾਂ 12,000 ਯੂਰੋ ਦੇ ਕਰੀਬ ਫੀਸ ਹੈਗੀ ਆ। ਔਰ ਲੇਕਿਨ ਉੱਥੇ ਜਿਹੜੀ ਸਭ ਤੋਂ ਵੱਡੀ ਦਿੱਕਤ ਹੈ ਉਹ ਹੈਗੀ ਹੈ ਜੀ ਤੁਹਾਡੀ ਜਿਹੜਾ ਬਲੌਕ ਅਕਾਊਂਟ ਖੁਲਵਾਉਣਾ ਪੈਣਾ ਹੈ, ਕਿਉਂਕਿ ਬਲੌਕ ਅਕਾਊਂਟ ਦੇ ਵਿੱਚ ਤੁਹਾਡਾ 11,000 ਯੂਰੋ ਜਿਹੜਾ ਉਹ ਜਾਂਦਾ ਹੈ। ਔਰ ਬਹੁਤ ਸਾਰੇ ਸਟੂਡੈਂਟ ਸਾਡੇ ਕੋਲ ਇਸ ਤਰ੍ਹਾਂ ਆਉਂਦੇ ਆ ਕਿ ਸਰ ਫੀਸ ਤਾਂ ਭਰ ਦਿਆਂਗੇ ਬਟ ਬਲੌਕ ਅਕਾਊਂਟ ਜੋਗੇ ਪੈਸੇ ਨਹੀਂ ਹੈਗੇ। ਇਟ ਮੀਨਸ ਕਿ ਤੁਸੀਂ ਬਲੌਕ ਅਕਾਊਂਟ ਇੱਥੇ ਖੁਲਾਉਣ ਦੀ ਬਿਲਕੁਲ ਲੋੜ ਨਹੀਂ ਹੈ। ਤੁਹਾਡੇ ਕੋਲ ਪੈਸਾ ਪੁਰਾਣਾ ਪਿਆ ਹੈ, 2 ਮਹੀਨੇ ਪੁਰਾਣਾ ਪਿਆ, 1 ਮਹੀਨਾ ਪੁਰਾਣਾ ਪਿਆ ਹੈ, ਤੁਸੀਂ ਉਸ ਪੈਸੇ ਦੇ ਨੂੰ ਦਿਖਾ ਕੇ, ਸਿਰਫ ਦਿਖਾ ਕੇ ਵੀਜ਼ਾ ਲੈ ਸਕਦੇ ਹੋ, ਨਾ ਕਿ ਪੇ ਕਰਕੇ। ਇਸ ਕਰਕੇ ਇਹ ਬਹੁਤ ਹੀ ਵਧੀਆ ਆਪਸ਼ਨ ਹੈਗੀ ਆ, ਮੈਂ ਕਹਾਂਗਾ, ਜਿੱਥੇ ਤੁਹਾਡੇ ਲਈ ਵੀਜ਼ਾ ਲੈਣਾ ਬੜਾ ਸੌਖਾ ਹੈ, ਕਿਉਂਕਿ ਤੁਹਾਡੀ ਜਗ੍ਹਾ ਤੇ ਵੀਜ਼ਾ ਜਿਹੜਾ ਡਾਇਰੈਕਟਲੀ ਇਹੀ ਕੰਟਰੀਜ਼ ਖੁਦ ਲਗਾ ਕੇ ਦੇ ਰਹੀਆਂ ਨੇ ਤਾਂ ਕਿ ਤੁਹਾਨੂੰ ਵੀਜ਼ਾ 'ਚ ਕੋਈ ਦਿੱਕਤ ਨਾ ਆਵੇ। ਜੀ ਤੇ ਜਦੋਂ ਤੁਹਾਡੇ ਕੋਲ ਸਟੂਡੈਂਟਸ ਪਹੁੰਚਦੇ ਨੇ ਤੇ ਕਿੰਨਾ ਕੁ ਮੁਸ਼ਕਿਲ ਜਾਂ ਕਿੰਨਾ ਕੁ ਆਸਾਨ ਰਹਿੰਦਾ ਇਹਨਾਂ ਆਪਸ਼ਨਸ ਉੱਪਰ ਸਮਝਾਉਣਾ, ਕਿਉਂਕਿ ਹਰ ਇੱਕ ਸਟੂਡੈਂਟ ਦਾ ਰੁਝਾਨ ਉਹੀ ਹੁੰਦਾ ਕਿ ਜਿੱਥੇ ਭੇਡ ਚਾਲ ਸਾਰੇ ਜਾ ਰਹੇ ਨੇ ਅਸੀਂ ਵੀ ਉੱਥੇ ਜਾਈਏ, ਪਰ ਇਹ ਜਦੋਂ ਥੋੜੀ ਹਟ ਕੇ ਆਪਸ਼ਨਸ ਆਉਂਦੀਆਂ ਨੇ ਜਿਹਦਾ ਫਾਇਦਾ ਵੀ ਹੈ ਸਟੂਡੈਂਟਸ ਨੂੰ, ਕਿੰਨਾ ਕੁ ਸਮਝਾਉਣ ਵਿੱਚ ਆਸਾਨੀ ਰਹਿੰਦੀ ਹੈ? ਦੇਖੋ, ਮੈਂ ਇਹਦਾ ਕੰਪੈਰੀਜ਼ਨ ਅਗਰ ਮੈਂ ਤੁਹਾਡੀ ਸਭ ਤੋਂ ਬੈਸਟ ਕੰਟਰੀ ਕੈਨੇਡਾ ਨਾਲ ਗੱਲ ਕਰਾਂ ਤੇ ਮੈਂ ਕਹਿੰਦਾ ਕਿ ਇੱਕ ਬੱਚਾ ਕੈਨੇਡਾ ਜਾਵੇ ਔਰ ਇੱਕ ਬੱਚਾ ਇਹਨਾਂ ਕਿ ਦੋਨਾਂ ਕੰਟਰੀ 'ਚ ਜਾਵੇ, ਉਹ ਬੱਚਾ ਜਿਹੜਾ ਹੈ ਜ਼ਿਆਦਾ ਕਮਾਏਗਾ ਜਿਹੜਾ ਬੱਚਾ ਕੈਨੇਡਾ ਗਿਆ ਹੋਇਆ ਉਹਦੇ ਨਾਲੋਂ ਜ਼ਿਆਦਾ ਕਮਾਏਗਾ। ਪਰ ਇਹ ਹੈ ਕਿ ਸਾਡੀ ਇੱਕ ਸੋਚ ਬਣੀ ਹੋਈ ਹੈ ਕਿ ਨਹੀਂ ਜੀ ਅਸੀਂ ਕੈਨੇਡਾ ਹੀ ਜਾਣਾ। ਔਰ ਦੂਸਰਾ ਜਿਹੜਾ ਹੈ ਇੱਥੇ ਪ੍ਰੋਪਰ ਜਿਹੜਾ ਹੈ ਇਹ ਮੈਂ ਕਹਾਂਗਾ ਕਿ ਗੋਰਿਆਂ ਦਾ ਹੀ ਦੋਨੋਂ ਦੇਸ਼ ਹੈਗੇ ਨੇ ਜਿੱਥੇ ਆਰਾਮ ਨਾਲ ਤੁਹਾਨੂੰ ਫੀਲ ਵੀ ਆਏਗਾ ਕਿ ਤੁਸੀਂ ਕਿਤੇ ਫੋਰਨ ਪੜ੍ਹਨ ਆਏ ਹੋ ਜਾਂ ਇੱਥੇ ਤੁਸੀਂ ਰਹਿਣਾ ਹੈ। ਅਦਰਵਾਈਜ਼ ਕੀ ਹੁੰਦਾ ਹੈ ਕਿ ਸਾਨੂੰ ਉੱਥੇ ਜਾ ਕੇ ਵੀ ਇੱਕੋ ਜਿਹਾ ਲੱਗਦਾ ਹੈ ਕਿ ਵੀ ਨੇ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਪੰਜਾਬ 'ਚ ਤੁਰੇ ਫਿਰਦੇ ਹਾਂ। ਤਾਂ ਇਸ ਕਰਕੇ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਨੂੰ ਅਗਰ ਸਮਝੋਗੇ ਤੁਸੀਂ ਅੱਛੇ ਤਰੀਕੇ ਨਾਲ ਸਰਚ ਕਰੋ। ਮੈਂ ਕਹਿੰਦਾ ਕਿ ਸਾਡੇ ਕੋਲ ਆਉਣ ਤੋਂ ਪਹਿਲਾਂ ਸਰਚ ਕਰ ਲਓ ਕਿ ਹੈ ਕੀ ਐਕਚੁਅਲ ਦੇ ਵਿੱਚ, ਉੱਥੇ ਜਾ ਕੇ ਤੁਹਾਨੂੰ ਕੀ ਮਿਲਣ ਵਾਲਾ ਹੈ ਉਹਨੂੰ ਕੰਪੇਅਰ ਕਰੋ ਦੂਸਰੀ ਕੰਟਰੀਜ਼ ਦੇ ਨਾਲ, ਔਰ ਫਿਰ ਸਾਡੇ ਕੋਲ ਆਓ। ਕਿਉਂਕਿ ਜਿਹੜਾ ਬੰਦਾ 6 ਬੈਂਡ ਲੈ ਲੈਂਦਾ ਉਹਦੇ ਕੋਲ ਕੰਮ ਹੀ ਇੱਕ ਹੁੰਦਾ ਕਿ ਜਾਂ ਮੈਂ ਕੈਨੇਡਾ ਜਾਣਾ ਜਾਂ ਆਸਟ੍ਰੇਲੀਆ ਜਾਣਾ ਹੈ ਜਾਂ ਯੂਕੇ ਜਾਣਾ, ਇਸ ਤੋਂ ਇਲਾਵਾ ਤੀਜੀ ਕੰਟਰੀ ਉਹ ਸੋਚਦਾ ਨਹੀਂ ਹੈ। ਨਿਊਜ਼ੀਲੈਂਡ ਲਈ ਓਪਨ ਹੋਣ ਜਾ ਰਿਹਾ, ਬਟ ਮੈਂ ਫਿਰ ਵੀ ਕਹਾਂਗਾ ਕਿ ਤੁਸੀਂ ਇੱਕ ਵਾਰੀ ਇਹਨਾਂ ਦੋਵਾਂ ਕੰਟਰੀ ਨੂੰ ਕੰਸੀਡਰ ਕਰਕੇ ਵੇਖੋ ਕਿ ਤੁਹਾਡਾ ਭਵਿੱਖ ਜਿਹੜਾ ਹੈ ਇਹਨਾਂ ਦੋਨਾਂ ਕੰਟਰੀ 'ਚ ਕਿੰਨਾ ਕੁ ਬੈਸਟ ਹੋ ਸਕਦਾ ਹੈ। ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਤੋਂ ਸਲਾਹ ਲੈਂਦੇ ਹੋ ਤਾਂ ਪ੍ਰੋਪਰ ਜਿਹੜੀ ਗਾਈਡੈਂਸ ਹੈਗੀ ਹੈ, ਇੱਕ ਚੰਗਾ ਐਕਸਪਰਟ ਏਜੰਟ ਜਿਹੜਾ ਹੈਗਾ ਤੁਹਾਨੂੰ ਇੱਕ ਸਹੀ ਰਸਤੇ ਵੱਲ ਲੈ ਕੇ ਜਾ ਸਕਦਾ ਹੈ, ਤੁਹਾਨੂੰ ਹਰ ਇੱਕ ਵਧੀਆ ਆਪਸ਼ਨ ਦੇ ਸਕਦਾ ਹੈ। ਅਗਰ ਤੁਸੀਂ ਆਪਣੇ ਰਿਲੇਟਿਵ ਜਾਂ ਆਪਣੇ ਦੋਸਤਾਂ ਦੇ ਪਿੱਛੇ ਨਹੀਂ ਲੱਗਣਾ, ਤੁਸੀਂ ਇੱਕ ਵਧੀਆ ਲੋਕੇਸ਼ਨ 'ਤੇ ਪੜ੍ਹਨ ਜਾਣਾ ਚਾਹੁੰਦੇ ਹੋ, ਇੱਕ ਅੱਛੀ ਅਰਨਿੰਗ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣਾ ਜਿਹੜਾ ਦਿਮਾਗ ਜ਼ਰੂਰ ਲਾਉਣਾ ਪਏਗਾ। ਤੁਹਾਨੂੰ ਆਪਣੇ ਆਪ ਨੂੰ ਜਿਹੜਾ ਹੈ ਇਹ ਖੁੱਲ੍ਹਾ ਰੱਖਣਾ ਪਏਗਾ ਕਿ ਮੈਂ ਕਿੱਥੇ ਬੈਸਟ ਮੇਰੇ ਲਈ ਲਾਈਫ ਹੋ ਸਕਦੀ ਹੈ। ਬਿਲਕੁਲ ਸਹੀ ਕਿਹਾ। ਤੇ ਅਸੀਂ ਵੀ ਹਮੇਸ਼ਾ ਆਪਣੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਾਂ ਕਿ ਸਟੂਡੈਂਟਸ ਨੂੰ ਹੋਰ ਨਵੀਂ ਤੋਂ ਨਵੀਂ ਜਾਣਕਾਰੀ ਦਿੰਦੇ ਰਹੀਏ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਜ਼ਰੂਰ ਮਿਲੇ। ਹਮੇਸ਼ਾ ਆਪਾਂ ਕੈਨੇਡਾ, ਆਸਟ੍ਰੇਲੀਆ, ਯੂਕੇ ਦੇ ਅਪਡੇਟਸ ਦੀ ਵੀ ਗੱਲ ਕਰਦੇ ਹਾਂ, ਲੇਕਿਨ ਅੱਜ ਨਵੀਆਂ ਆਪਸ਼ਨਸ ਜ਼ਰੂਰ ਤਾਂ ਕਿ ਸਟੂਡੈਂਟਸ ਨੂੰ ਕਿੱਥੋਂ ਜ਼ਿਆਦਾ ਫਾਇਦਾ ਮਿਲ ਰਿਹਾ ਉਹਨਾਂ ਨੂੰ ਚੀਜ਼ਾਂ ਦੀ ਡਿਟੇਲ ਵਿੱਚ ਆਪਾਂ ਜਾਣਕਾਰੀ ਦਈਏ। ਬਾਕੀ ਨੰਬਰ ਜੋ ਹੈ ਲਗਾਤਾਰ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਇਸ ਦੇ ਉੱਪਰ ਕਾਲ ਜ਼ਰੂਰ ਤੁਸੀਂ ਕਰ ਸਕਦੇ ਹੋ, ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਬਾਰੇ ਨਵਾਂ ਸੁਣਦੇ ਹਾਂ ਤਾਂ ਸਵਾਲ ਬਹੁਤ ਹੁੰਦੇ ਹੀ ਨੇ। ਸੋ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਨਾਲ ਦੀ ਨਾਲ ਇਸ ਨੰਬਰ ਤੇ ਕਾਲ ਕਰਕੇ ਜ਼ਰੂਰ ਲੈ ਸਕਦੇ ਹੋ। ਬਹੁਤ ਚੰਗਾ ਹੋਏਗਾ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਸੈਕਟਰ 17 ਦੇ ਵਿੱਚ ਇਹਨਾਂ ਦਾ ਆਫਿਸ ਹੈ, ਇੱਥੇ ਵਿਜ਼ਿਟ ਕਰ ਲਓ, ਅਸੈਸਮੈਂਟ ਕਰਵਾਓ, ਤਾਂ ਤੁਹਾਨੂੰ ਢੇਰ ਸਾਰੀ ਆਪਸ਼ਨਸ ਬਾਰੇ ਪਤਾ ਚੱਲੇਗਾ ਕਿ ਤੁਹਾਡੀ ਪ੍ਰੋਫਾਈਲ ਕਿੱਥੇ ਲਈ ਐਲੀਜੀਬਲ ਹੈ ਔਰ ਕਿਹੜੇ ਬੈਨੀਫਿਟਸ ਤੁਸੀਂ ਹਲੇ ਵੀ ਲੈ ਸਕਦੇ ਹੋ। ਸਰ, ਇਹਨਾਂ ਆਪਸ਼ਨਸ ਬਾਰੇ ਆਪਾਂ ਫਿਨਲੈਂਡ ਬਾਰੇ ਗੱਲ ਕੀਤੀ ਹੈ, ਨੀਦਰਲੈਂਡ ਬਾਰੇ ਗੱਲ ਕੀਤੀ ਹੈ, ਹੋਰ ਵੀ ਕੋਈ ਹੋਰ ਆਪਸ਼ਨਸ ਨੇ ਮੈਂ ਜ਼ਰੂਰ ਚਾਹਾਂਗੀ ਤਾਂ ਕਿ ਇੱਕ ਆਈਡੀਆ ਸਟੂਡੈਂਟਸ ਨੂੰ ਜ਼ਰੂਰ ਮਿਲਦਾ ਰਹੇ। ਜੀ ਦੇਖੋ, ਮੈਂ ਜਿਹੜੀ ਅਗਲੀ ਆਪਸ਼ਨ ਦੀ ਗੱਲ ਕਰਨ ਜਾ ਰਿਹਾ ਉਹ ਹੈ ਇਟਲੀ। ਠੀਕ ਹੈ, ਕਿਉਂਕਿ ਮੈਂ ਜਦੋਂ ਯੂਰਪ ਗਿਆ ਤੇ ਮੈਂ ਫਰਾਂਸ ਵੀ ਗਿਆ, ਮੈਂ ਸਪੇਨ ਗਿਆ, ਮੈਂ ਉਸ ਤੋਂ ਇਲਾਵਾ ਅਸੀਂ 1-2 ਕੰਟਰੀ ਹੋਰ ਗਿਆ, ਪੋਰਚੁਗਲ ਗਿਆ, ਮੈਂ ਲਿਸਬਨ ਸਿਟੀ ਦੇ ਵਿੱਚ ਗਿਆ ਔਰ ਫਿਰ ਉਸ ਤੋਂ ਬਾਅਦ ਮੈਂ ਇਟਲੀ ਗਿਆ। ਦੇਖੋ, ਬਾਕੀ ਤਿੰਨੋਂ ਕੰਟਰੀਜ਼ ਦੇ ਵਿੱਚ ਮੈਂ ਕਹਿੰਦਾ ਯੂਰਪ ਦੀ ਲਾਈਫ ਬਹੁਤ ਅੱਛੀ ਹੈਗੀ ਆ, ਬੜੀ ਇੰਟਰਟੇਨਿੰਗ ਲਾਈਫ ਹੈਗੀ ਆ, ਪਰ ਜੋ ਮਨੋਰੰਜਨ, ਜੋ ਲੋਕਾਂ ਦੀ ਲਾਈਫ ਸਟਾਈਲ ਜੀਣ ਦਾ ਜਿਹੜਾ ਢੰਗ ਜਿਹੜਾ ਉਹ ਇਟਲੀ 'ਚ ਹੈਗਾ ਉਹ ਮੈਨੂੰ ਬਹੁਤ ਪਸੰਦ ਆਇਆ। ਕਿਉਂਕਿ ਉੱਥੇ ਇਟਲੀ ਦੇ ਵਿੱਚ ਮੈਂ ਰੋਮ ਵਿੱਚ ਗਿਆ, ਰੋਮ ਦੇ ਵਿੱਚ ਮੈਂ ਦੇਖਿਆ ਕਿ ਕਿਸ ਤਰ੍ਹਾਂ ਲੋਕ ਜਿਹੜਾ ਫ੍ਰੀ ਮਾਈਂਡ ਹੋ ਕੇ ਜਿਹੜਾ ਆਪਣੀ ਇਵਨਿੰਗ ਨੂੰ ਬਿਤਾਉਂਦੇ ਨੇ ਔਰ ਕਿਸ ਤਰ੍ਹਾਂ ਆਪਣੀ ਫੈਮਲੀਜ਼ ਦੇ ਨਾਲ ਇੰਜੋਏ ਕਰਦੇ ਨੇ। ਔਰ ਮੈਨੂੰ ਬਹੁਤ ਵਧੀਆ ਲੱਗਿਆ, ਸੱਚੀ ਫੀਲ ਹੋਇਆ ਕਿ ਵੀ ਤੁਸੀਂ ਜਿਹੜਾ ਹੈ ਕਿਸੇ ਫੋਰਨ ਕੰਟਰੀ 'ਚ ਆਏ ਹੋ ਜਿੱਥੇ ਲੋਕਾਂ ਦਾ ਸੁਭਾਅ ਵੱਖਰਾ ਹੈ, ਜਿੱਥੇ ਲੋਕਾਂ ਦਾ ਕਲਚਰ ਵੱਖਰਾ ਹੈ, ਜਿੱਥੇ ਲੋਕਾਂ ਦੀ ਜੀਵਨ ਸ਼ੈਲੀ ਵੱਖਰੀ ਹੈਗੀ ਆ। ਤਾਂ ਇਸ ਕਰਕੇ ਜਦੋਂ ਮੈਂ ਇਟਲੀ ਦੇ ਵਿੱਚ ਮੈਂ ਫੀਲ ਕੀਤਾ ਕਿ ਜ਼ਰੂਰ ਇੱਥੇ ਸਟੂਡੈਂਟ ਨੂੰ ਭੇਜਣਾ ਚਾਹੀਦਾ ਹੈ। ਅਗਰ ਕੋਈ ਬੱਚਾ ਇੱਥੇ ਵਧੀਆ ਸਿੱਖਣਾ
ਦੇਖਣਾ ਚਾਹੁੰਦਾ ਹੈ, ਕਿਉਂਕਿ ਇਟਲੀ ਜਿਹੜਾ ਹੈ ਉਹ ਫੇਮਸ ਹੈਗਾ ਹੈ ਜੀ ਤੁਹਾਡੇ ਪੀਜ਼ਾਸ ਦੇ ਲਈ ਬਹੁਤ ਫੇਮਸ ਹੈਗਾ ਹੈ, ਕਿਉਂਕਿ ਬਹੁਤ ਇਟਾਲੀਅਨ ਡਿਸ਼ਿਜ਼ ਹੈਗੀਆਂ ਨੇ ਜਿਹੜੀਆਂ ਸਾਡੇ ਇੱਥੇ ਅਗਰ ਤੁਸੀਂ ਚੰਡੀਗੜ੍ਹ ਦੇ ਰਹਿਣ ਵਾਲੇ ਹੋ ਜਾਂ ਤੁਸੀਂ ਆਸ-ਪਾਸ ਤੁਹਾਡੇ ਤੁਸੀਂ ਰੈਸਟੋਰੈਂਟ ਇਟਾਲੀਅਨ ਲੱਭੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਫੇਮਸ ਡਿਸ਼ਿਜ਼ ਮਿਲ ਜਾਣਗੀਆਂ ਇਟਲੀ ਦੀਆਂ, ਜਿਹੜੀਆਂ ਪ੍ਰੋਪਰ ਇੱਥੇ ਮਿਲਦੀਆਂ ਨੇ। ਤਾਂ ਜਿਹੜੇ ਹੌਸਪੀਟੈਲਿਟੀ ਇੰਡਸਟਰੀ ਦੇ ਲੋਕ ਨੇ, ਜਿਹੜੇ ਸਪੈਸ਼ਲ ਜਿਨ੍ਹਾਂ ਨੇ ਬੈਚਲਰ ਇਨ ਹੌਸਪੀਟੈਲਿਟੀ ਕੀਤਾ ਹੋਇਆ ਹੈ ਜਾਂ ਜਿਹੜੇ +2 ਆਰਟਸ ਵਿੱਚ ਨੇ ਉਸ ਤੋਂ ਬਾਅਦ ਹੌਸਪੀਟੈਲਿਟੀ ਲਾਈਨ 'ਚ ਜਾਣਾ ਚਾਹੁੰਦੇ ਨੇ, ਉਹਨਾਂ ਲਈ ਇੱਕ ਬੈਸਟ ਆਪਸ਼ਨ ਹੋ ਸਕਦਾ ਇਟਲੀ, ਕਿਉਂਕਿ ਜੋ ਚੀਜ਼ਾਂ ਤੁਸੀਂ ਉੱਥੋਂ ਸਿੱਖ ਸਕਦੇ ਹੋ ਵਰਲਡ ਵਾਈਡ ਤੁਹਾਨੂੰ ਜੌਬ ਦੇਣ ਦੇ ਵਿੱਚ ਉਹ ਬੜੀ ਹੈਲਪਫੁਲ ਰਹਿੰਦੀਆਂ ਨੇ। ਕਿਉਂਕਿ ਇਟਲੀ ਦੇ ਵਿੱਚ ਕੀ ਹੈਗਾ, ਜਿਹੜਾ ਕਾਲਜ ਮੈਂ ਕਰ ਰਿਹਾ ਹਾਂ ਉਹਦੇ ਵਿੱਚ ਫੀਸ ਜ਼ਰੂਰ 7-8 ਹਜ਼ਾਰ 9 ਹਜ਼ਾਰ ਯੂਰੋ ਹੈਗੀ ਹੈ, ਬਟ ਉਹਨਾਂ ਕੋਲ ਬੈਚਲਰ ਇਨ ਟੂਰਿਜ਼ਮ ਐਂਡ ਹੌਸਪੀਟੈਲਿਟੀ ਹੈਗਾ, ਬੈਚਲਰ ਇਨ ਕੁਕਿੰਗ ਹੈਗਾ ਹੈ, ਇਸ ਤੋਂ ਇਲਾਵਾ ਜਿਹੜਾ ਹੈ ਉਹਨਾਂ ਕੋਲ ਮਾਸਟਰ ਇਨ ਹੌਸਪੀਟੈਲਿਟੀ ਐਂਡ ਟੂਰਿਜ਼ਮ ਹੈਗਾ। ਕਿਉਂਕਿ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਨ੍ਹਾਂ ਨੇ ਬੈਚਲਰ ਨਾਰਮਲ ਕੀਤੀ ਹੋਈ ਹੈ, ਉਹਨਾਂ ਨੂੰ ਕਈ ਵਾਰੀ ਕੈਨੇਡਾ ਜਾਂ ਕਿਤੇ ਹੋਰ ਵੀਜ਼ਾ ਨਹੀਂ ਮਿਲਦਾ ਤਾਂ ਉਹ ਮਾਸਟਰ ਇਨ ਇਵੈਂਟ ਮੈਨੇਜਮੈਂਟ ਵਿੱਚ ਜਾ ਸਕਦੇ ਨੇ। ਇਸ ਤਰ੍ਹਾਂ ਉਹਨਾਂ ਕੋਲ ਬਹੁਤ ਅੱਛੇ ਪ੍ਰੋਗਰਾਮ ਨੇ ਜਿੱਥੇ ਤੁਸੀਂ ਜਾ ਸਕਦੇ ਹੋ, ਔਰ ਕਾਲਜ ਇਹ ਗਰੰਟੀ ਕਰਦਾ ਹੈ ਕਿ ਅਸੀਂ ਤੁਹਾਨੂੰ ਉੱਥੇ ਪਲੇਸਮੈਂਟ ਵੀ ਦੇਵਾਂਗੇ। ਅਗਰ ਬੱਚਾ ਉੱਥੇ ਪੜ੍ਹਦਾ ਹੈ 6 ਮਹੀਨੇ ਤੋਂ ਲੈ ਕੇ 3 ਸਾਲ ਦੇ ਕੋਰਸਿਸ ਹੈਗੇ ਨੇ। 6 ਮਹੀਨੇ ਦਾ ਸਰਟੀਫਿਕੇਟ ਕੋਰਸ ਕਰ ਸਕਦੇ ਹੋ, 1 ਸਾਲ ਦਾ ਡਿਪਲੋਮਾ ਕਰ ਸਕਦੇ ਹੋ, 2 ਸਾਲ ਦਾ ਡਿਪਲੋਮਾ ਕਰ ਸਕਦੇ ਹੋ, 3 ਸਾਲ ਦੀ ਡਿਗਰੀ ਕਰ ਸਕਦੇ ਹੋ, 1 ਤੋਂ 1.5 ਸਾਲ ਦੀ ਮਾਸਟਰ ਕਰ ਸਕਦੇ ਹੋ। ਇਹ ਸਾਰੇ ਜਿਹੜੇ ਪ੍ਰੋਗਰਾਮ ਹੈਗੇ ਨੇ ਤੁਹਾਡੇ ਲੀਡਿੰਗ ਟੂ ਪ੍ਰੋਫੈਸ਼ਨਲ ਲਾਈਫ ਲਈ ਹੈ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਡਾਇਰੈਕਟਲੀ ਕਾਲਜ ਜਿਹੜਾ ਹੈ ਤੁਹਾਨੂੰ ਪਲੇਸਮੈਂਟ ਦੇਵੇਗਾ ਕਿਸੇ ਅੱਛੇ ਰੈਸਟੋਰੈਂਟ ਦੇ ਵਿੱਚ, ਕਿਸੇ ਅੱਛੀ ਜਗ੍ਹਾ ਦੇ ਵਿੱਚ, ਔਰ ਪੇਡ ਇੰਟਰਨਸ਼ਿਪ ਹੋਏਗੀ। ਇਸ ਕਰਕੇ ਅਗਰ ਤੁਸੀਂ ਇਟਲੀ ਜਾਣਾ ਚਾਹੁੰਦੇ ਹੋ ਤਾਂ ਇਟਲੀ ਲਈ ਤੁਹਾਡੇ ਦਰਵਾਜ਼ੇ ਜਿਹੜੇ ਆ ਈਜ਼ੀ ਵੇ ਖੋਲ੍ਹ ਰਿਹਾ ਕਿ ਤੁਸੀਂ ਅਗਰ ਉੱਥੇ ਪੜ੍ਹਨਾ ਹੈ, ਤੁਸੀਂ ਇੱਕ ਚੰਗੀ ਐਜੂਕੇਸ਼ਨ ਲੈਣੀ ਹੈ, ਤੁਸੀਂ ਇਟਲੀ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਹੋ, ਇਟਲੀ ਦੀ ਡਿਸ਼ਿਜ਼ ਦੇ ਵਿੱਚ ਇੰਟਰਸਟਿਡ ਹੈਗੇ ਹੋ, ਤਾਂ 100% ਤੁਸੀਂ ਜਿਹੜਾ ਹੈ ਉੱਥੇ ਜਾ ਕੇ ਆਪਣਾ ਇੱਕ ਅੱਛੇ ਭਵਿੱਖ ਵੱਲ ਕਦਮ ਵਧਾ ਸਕਦੇ ਹੋ। ਜੀ ਜੀ ਬਿਲਕੁਲ, ਜਿਵੇਂ ਕਿ ਹੁਣੇ ਸਰ ਨੇ ਕਿਹਾ ਕਿ ਪੇਡ ਇੰਟਰਨਸ਼ਿਪ ਹੈ, ਸੋ ਹਰ ਤਰੀਕੇ ਨਾਲ ਤੁਹਾਨੂੰ ਸਹੂਲਤ ਦਿੱਤੀ ਜਾਂਦੀ ਹੈ ਤਾਂ ਕਿ ਤੁਸੀਂ ਆਪਣੀ ਲਾਈਫ ਵਧੀਆ ਤਰੀਕੇ ਨਾਲ ਸੈਟਲ ਕਰ ਸਕਦੇ ਹੋ। ਸੋ ਵਾਕਈ ਇੱਕ ਚੰਗੀ ਆਪਸ਼ਨ ਤੁਹਾਨੂੰ ਦੱਸਣ ਦਾ ਮਤਲਬ ਇਹੀ ਹੁੰਦਾ ਹੈ ਕਿ ਤੁਸੀਂ ਵੀ ਥੋੜਾ ਆਪਣਾ ਸੋਚ ਦਾ ਦਾਇਰਾ ਵਧਾਓ ਔਰ ਦੇਖੋ ਕਿ ਤੁਹਾਡੀ ਪ੍ਰੋਫਾਈਲ ਵਾਕਈ ਕਈ ਨਵੀਆਂ ਥਾਵਾਂ ਲਈ ਐਲੀਜੀਬਲ ਹੈ, ਜਿੱਥੇ ਕਿ ਸਿਰਫ ਇੱਕ ਭੀੜ ਨਹੀਂ ਹੈ ਬਲਕਿ ਤੁਹਾਨੂੰ ਵਾਕਈ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਦਾ ਮੌਕਾ ਜ਼ਰੂਰ ਮਿਲਦਾ ਹੈ। ਤੇ ਸਰ ਇਹਨਾਂ ਆਪਸ਼ਨਸ ਦੇ ਉੱਪਰ ਗੱਲ ਕਰਦੇ ਹੋਏ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਬਾਰ-ਬਾਰ ਕਿ ਸਪਾਊਸ ਵੀ ਨਾਲ ਜਾ ਸਕਦਾ ਹੈ, ਰਿਫਿਊਜ਼ਲ ਕੇਸਿਸ ਵੀ ਜਾ ਸਕਦੇ ਨੇ, ਉਹਨਾਂ ਲਈ ਬਹੁਤ ਈਜ਼ੀ ਰਹਿਣ ਵਾਲਾ ਹੈ। ਹੋਰ ਆਪਾਂ ਅਗਰ ਟੋਟਲ ਹੋਰ ਬੈਨੀਫਿਟਸ ਦੀ ਗੱਲ ਕਰੀਏ, ਹਾਲਾਂਕਿ ਕੰਮ ਵਿੱਚ ਵੀ ਬਹੁਤ ਚੰਗਾ ਹੈ। ਆਪਾਂ ਅਗਰ এনवायरमेंट ਦੀ ਗੱਲ ਕੀਤੀ, ਤੁਸੀਂ ਕਿਹਾ ਵਾਕਈ ਬਹੁਤ ਅੱਛੀ এনवायरमेंट ਵੀ ਬਹੁਤ ਅੱਛਾ ਹੈ। ਆਪਾਂ ਪਲੱਸ ਪੁਆਇੰਟਸ ਹੋਰ ਦੇਖੀਏ, ਆਉਣ ਵਾਲੇ 5 ਸਾਲਾਂ ਬਾਅਦ ਸਟੂਡੈਂਟਸ ਆਪਣੇ ਆਪ ਨੂੰ ਫਿਰ ਕਿੱਥੇ ਦੇਖ ਸਕਦੇ ਨੇ ਭਵਿੱਖ ਦੇ ਵਿੱਚ ਅਗਰ ਇਹਨਾਂ ਕੰਟਰੀਜ਼ ਨੂੰ ਚੂਜ਼ ਕਰਦੇ ਨੇ? ਬਿਲਕੁਲ ਜੀ, ਦੇਖੋ ਜਿਸ ਤਰ੍ਹਾਂ ਮੈਂ ਇਟਲੀ ਐਕਸਪਲੇਨ ਕਰ ਰਿਹਾ ਸੀ ਤਾਂ ਇਟਲੀ ਵਿੱਚ ਸਿਰਫ 5 ਬੈਂਡ ਦੀ ਰਿਕੁਆਇਰਮੈਂਟ ਆ ਜੀ, ਕਿਉਂਕਿ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਹੜਾ ਕੈਨੇਡਾ ਆਸਟ੍ਰੇਲੀਆ ਨਹੀਂ ਜਾ ਪਾਉਂਦੇ ਕਿਉਂਕਿ ਉਹਨਾਂ ਦੇ ਬੈਂਡ ਕਿਸੇ ਦੇ 5.5 ਰਹਿ ਜਾਂਦੇ ਨੇ, ਕਿਸੇ ਦੇ 5 ਰਹਿ ਜਾਂਦੇ ਨੇ। ਤਾਂ ਇਸ ਕਰਕੇ ਇਟਲੀ ਤੁਹਾਡੇ ਲਈ ਇੱਕ ਬੈਸਟ ਆਪਸ਼ਨ ਹੋ ਸਕਦਾ ਹੈ। ਬਾਕੀ ਅਗਰ ਮੈਂ ਓਵਰਆਲ ਨੌਲੇਜ ਦੇਵਾਂ ਨਾ, 3 ਕੰਟਰੀ ਬਾਰੇ ਅੱਜ ਅਸੀਂ ਗੱਲ ਕਰਨੀ ਸੀ ਜਿਹੜੀ ਅਸੀਂ ਕੀਤੀ ਹੈ, ਔਰ ਇਹਨਾਂ ਬਾਰੇ ਨਵੇਂ ਸਟੂਡੈਂਟ ਨੂੰ ਦੱਸਣਾ ਚਾਹੁੰਦੇ ਸੀ ਕਿ ਕਿੱਥੇ ਕਿੱਥੇ ਤੁਹਾਡੇ ਲਈ ਹੋਰ ਆਪਸ਼ਨ ਹੋ ਸਕਦੀਆਂ ਨੇ, ਤੁਸੀਂ ਹੋਰ ਜਿਹੜੀਆਂ ਕੰਟਰੀਜ਼ ਨੇ ਉਹਨਾਂ 'ਚ ਕਿਵੇਂ ਆਪਣਾ ਜਿਹੜਾ ਹੈ ਲਾਈਫ ਸਟਾਈਲ ਵਧੀਆ ਕਰ ਸਕਦੇ ਹੋ। ਕਿਉਂਕਿ ਸਾਰੀ ਜਨਤਾ ਜਿਹੜੀ ਹੈ ਆਸਟ੍ਰੇਲੀਆ, ਕੈਨੇਡਾ, UK ਔਰ 2-3 ਕੰਟਰੀ 'ਚ ਜਾਣ ਨੂੰ ਹੋਈ ਆ, ਬਾਕੀ ਜਗ੍ਹਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਐਕਚੁਅਲ ਦੇ ਵਿੱਚ ਕਿੰਨਾ ਵੱਡਾ ਸਕੋਪ ਹੈਗਾ ਇਹਨਾਂ ਕੰਟਰੀਜ਼ ਦੇ ਵਿੱਚ, ਕਿਵੇਂ ਉਹਨਾਂ ਦੀਆਂ ਫੈਮਲੀਜ਼ ਜਿਹੜਾ ਹੈ ਉੱਥੇ ਸੈਟਲ ਹੋ ਸਕਦੀਆਂ ਨੇ, ਕਿਵੇਂ ਉਹ ਬੈਟਰ ਮੈਂ ਕਰਨਾ ਕਿ ਲਾਈਫ ਸਟਾਈਲ ਕੈਨੇਡਾ ਆਸਟ੍ਰੇਲੀਆ ਨਾਲੋਂ ਵੀ ਬੈਟਰ ਲਾਈਫ ਸਟਾਈਲ ਨਾਲ ਜੀ ਸਕਦੀਆਂ ਨੇ। ਔਰ ਇਹਨਾਂ ਸਭ ਜਗ੍ਹਾ ਹੈ ਜਿਹੜਾ ਹੈ এনवायरमेंट ਬਹੁਤ ਅੱਛਾ ਹੈ, ਅੱਛੀ ਫੀਲਿੰਗ ਨਾਲ ਰਹਿ ਸਕਦੇ ਹੋ। ਬਿਲਕੁਲ। ਜਿਹੜੇ ਸਟੂਡੈਂਟਸ ਇੱਥੋਂ ਗਏ ਨੇ, ਇਹਨਾਂ ਕੰਟਰੀਜ਼ ਵਿੱਚ ਗਏ ਨੇ, ਉਹਨਾਂ ਦਾ ਰਿਵਿਊ ਬਾਰੇ ਵੀ ਤੁਹਾਡੇ ਤੋਂ ਮੈਂ ਜ਼ਰੂਰ ਜਾਣਨਾ ਚਾਹੂੰਗੀ। ਜਦੋਂ ਤੁਹਾਡੇ ਵੱਲੋਂ ਗਏ ਸਟੂਡੈਂਟ ਤਾਂ ਕਿਵੇਂ ਦਾ ਉਹਨਾਂ ਦਾ ਰਿਵਿਊ, ਕਿੰਨੀ ਕੁ ਉਹਨਾਂ ਨੂੰ ਖੁਸ਼ੀ ਉੱਥੇ ਮਿਲੀ ਜਾ ਕੇ? ਬਿਲਕੁਲ ਜੀ, ਮੇਰਾ ਇੱਕ ਸਟੂਡੈਂਟ ਹੈ ਪ੍ਰਭਦੀਪ ਸਿੰਘ ਸੈਣੀ ਜੀ। ਪ੍ਰਭਦੀਪ ਸਿੰਘ ਸੈਣੀ ਨੂੰ ਮੈਂ ਅੱਜ ਤੋਂ 4 ਸਾਲ ਪਹਿਲਾਂ ਜਿਹੜਾ ਹੈ ਭੇਜਿਆ ਸੀ। ਉਹ ਅੱਜ ਵੀ ਉਹਦੀਆਂ ਫੇਸਬੁੱਕ ਤੇ ਮੈਂ ਉਹ ਇੱਥੇ PR ਹੋ ਗਿਆ, ਸਿਟੀਜ਼ਨ ਹੋ ਗਿਆ, ਔਰ ਉਹਦੀਆਂ ਅੱਜ ਵੀ ਮੈਂ ਪਿਕਚਰ ਜਿਹੜੀਆਂ ਨੇ ਫੇਸਬੁੱਕ ਤੇ ਦੇਖਦਾ, ਬਹੁਤ ਖੁਸ਼ ਹੈ। ਕਈ ਵਾਰੀ ਮੇਰੀ ਉਹਦੇ ਨਾਲ ਗੱਲ ਵੀ ਹੁੰਦੀ ਹੈ ਔਰ ਉਹ ਕਹਿੰਦਾ ਹੈ ਕਿ ਮੈਂ ਬਹੁਤ ਵਧੀਆ ਰਹਿ ਗਿਆ ਕਿ ਮੈਂ ਇੱਥੇ ਆ ਗਿਆ ਕਿਉਂਕਿ ਇੱਥੋਂ ਦਾ ਲਾਈਫ ਸਟਾਈਲ ਅਲੱਗ ਹੈ, ਬਿਲਕੁਲ ਭੀੜ ਦੇ ਵਿੱਚੋਂ ਅਲੱਗ ਹੋ ਕੇ ਉਹ ਜੀ ਰਿਹਾ ਹੈ ਔਰ ਉਹਨੂੰ ਬਹੁਤ ਵਧੀਆ ਲੱਗਦਾ ਹੈ, ਬਹੁਤ ਅੱਛਾ ਪੈਸਾ ਕਮਾ ਰਿਹਾ ਹੈ। ਤਾਂ ਇਸ ਕਰਕੇ ਇੱਦਾਂ ਦੇ ਕਈ ਸਟੂਡੈਂਟ ਨੇ ਜਿਨ੍ਹਾਂ ਦੀ ਜਿਹੜਾ ਫੀਡਬੈਕ ਬਹੁਤ ਅੱਛਾ ਹੈ, ਤਾਂ ਹੀ ਅਸੀਂ ਇਹਨਾਂ ਕੰਟਰੀ ਨੂੰ ਜਿਹੜਾ ਹੈ ਚੂਜ਼ ਕਰਦੇ ਜੀ। ਸੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਕਿ ਤੁਸੀਂ ਇਹ ਖਾਸ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਉਮੀਦ ਕਰਦੇ ਹਾਂ ਤੁਸੀਂ ਵੀ ਇਸ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਚੁੱਕੋਗੇ। ਬਾਕੀ ਕੋਈ ਸਵਾਲ ਹੈ ਤਾਂ ਲਗਾਤਾਰ ਨੰਬਰ
ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਜ਼ਰੂਰ ਈਜ਼ੀਵੇ ਕੰਸਲਟੈਂਸੀ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰੋ ਤਾਂ ਕਿ ਹਰ ਸਵਾਲ ਨੂੰ ਦੂਰ ਕਰਦੇ ਹੋਏ ਤੁਸੀਂ ਆਪਣੀ ਸਹੀ ਮੰਜ਼ਿਲ ਨੂੰ ਚੁਣ ਸਕੋ। ਸੋ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। My name is Vishakha and I basically belong from Himachal Pradesh. So currently I'm living in New Delhi. Since I passed out my BBA final year, so I was really very wondering in the market so that where I can go and I can apply for the study visa. So I have consulted many of agents, like a big named agents in the market, but didn't got the real and the meaningful counseling. So one day I was scrolling out the websites and many other things for just my IELTS exam and other things. So I got to know about the Easyway consultancies. So then I called them and I got to know about them and their services. So I appointed them. So my profile was, I passed out my BBA in 2021 and with 79% of aggregate. So then I applied for my Canada study visa with no gap from Easyway consultancies, and they have made every single step very easy. So their services was really very good. They really appoint the people as they call them on a single shot, and they provide every meaningful counseling to the students. So whatever is best for the student, they only provide that. Just because they are operating on a huge scale, they will not provide the things just to earn the money. They'll only provide the things that will be beneficial for you and for your future. My name is Lolita. I am from Kurukshetra district and I have completed my graduation in 2020. After that, I have applied my UK visa from Easyway Consultancy Chandigarh, and I have received my UK visa within 15 days. And I am very thankful to Nana ma'am and Rimpi ma'am and all the faculty of Easyway Consultancy. I suggest to all, please visit Easyway Consultancy for your study and tourist visa. Thank you all the staff of Easyway Consultancy. Thank you so much. ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸਿਮਰਜੀਤ ਕੌਰ ਹੈ। ਮੈਂ ਸਿਰਸਾ ਹਰਿਆਣਾ ਦੀ ਰਹਿਣ ਵਾਲੀ ਹਾਂ। ਅੱਜ ਮੈਨੂੰ ਯੂਕੇ ਦਾ ਸਟੱਡੀ ਵੀਜ਼ਾ ਮਿਲਿਆ ਈਜ਼ੀਵੇ ਕੰਸਲਟੈਂਟ ਦੇ ਥਰੂ। ਮੈਂ 2016 ਦੇ ਵਿੱਚ BCA ਕੀਤੀ ਸੀ ਅਤੇ ਉਸ ਤੋਂ ਬਾਅਦ ਮੇਰਾ 6 ਸਾਲ ਦਾ ਗੈਪ ਸੀ। ਮੇਰੇ IELTS ਵਿੱਚੋਂ 6 ਰੈਂਡ ਸਕੋਰ ਸੀ ਤੇ ਉਸ ਤੋਂ ਬਾਅਦ ਮੈਂ ਈਜ਼ੀਵੇ ਕੰਸਲਟੈਂਟ ਤੋਂ ਆਪਣਾ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਤੇ ਜਿਨ੍ਹਾਂ ਨੇ ਮੈਨੂੰ ਜਸਟ 15 ਡੇਜ਼ ਦੇ ਵਿੱਚ ਮੈਨੂੰ ਯੂਕੇ ਦਾ ਸਟੱਡੀ ਵੀਜ਼ਾ ਲੈ ਕੇ ਦਿੱਤਾ ਤੇ ਮੈਂ ਅੱਜ ਬਹੁਤ ਖੁਸ਼ ਹਾਂ। ਮੈਂ ਸਾਰੇ ਆਪਣੇ ਹੋਰ ਫਰੈਂਡਸ ਨੂੰ ਸਲਾਹ ਦਿੰਦੀ ਹਾਂ ਕਿ ਜੇ ਤੁਸੀਂ ਵੀ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਈਜ਼ੀਵੇ ਕੰਸਲਟੈਂਟ ਚੰਡੀਗੜ੍ਹ। ਥੈਂਕ ਯੂ। ਬੱਲੇ ਚਾਚਾ, ਬੜਾ ਮਹਿੰਗਾ ਫੋਨ ਚੱਕੀ ਫਿਰਦਾ। ਓ ਤੇਰੇ ਭਰਾ ਨੇ ਭੇਜਿਆ ਕੈਨੇਡਾ ਤੋਂ। ਫਿਰ ਤਾਂ ਚੜਾਈ ਹੈ ਚਾਚਾ ਤੇਰੀ ਪੂਰੀ। ਹੋਵੇ ਕਿਉਂ ਨਾ, ਥੱਬਾ ਨੋਟਾਂ ਤੋਂ ਲਾ ਕੇ ਮੁੰਡੇ ਨੂੰ ਕੈਨੇਡਾ ਭੇਜਿਆ। ਕੀ ਗੱਲ ਚਾਚਾ, ਬੜਾ ਉਦਾਸ ਹੈ? ਸੁੱਖ ਤਾਂ ਹੈ? ਸੁੱਖ ਕਾਦੀ ਮੱਲਾ, ਨਾਲੇ ਉਦਾਸ ਨਾ ਹੋਵਾਂ ਤਾਂ ਹੋਰ ਕੀ ਕਰਾਂ। ਆਪਣੇ ਜਿੰਦੇ ਦਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਗਿਆ। ਹੋ ਚਾਚਾ, ਬਸ ਇੰਨੀ ਕੀ ਗੱਲ? ਆਪਣੇ ਸੁੱਖੇ ਦਾ 2 ਵਾਰ ਵੀਜ਼ਾ ਰਿਫਿਊਜ਼ ਹੋ ਗਿਆ ਸੀ। ਉਹ ਆਪਣੇ ਈਜੀਵੇ ਵਾਲੇ ਨਹੀਂ, 17 ਸੈਕਟਰ ਚੰਡੀਗੜ੍ਹ ਵਾਲੇ, ਉਹਨਾਂ ਤੋਂ ਵੀਜ਼ਾ ਲਵਾਇਆ ਸੀ। ਪੈਸੇ ਵੀ ਬਾਅਦ ਚ ਦਿੱਤੇ ਨੇ। ਉਹ ਸੰਧੂ ਸਾਹਿਬ ਬੜੇ ਨੇਕ ਤੇ ਇਮਾਨਦਾਰ ਬੰਦੇ ਨੇ। ਜੇ ਕਹੇ ਤਾਂ ਕੱਲ ਨੂੰ ਚੱਲੀਏ? ਜੇ ਇਹ ਗੱਲ ਹੈ ਮੱਲਾ, ਫਿਰ ਕੱਲ ਕਾਦੀ, ਆਪਾਂ ਹੁਣੇ ਚੱਲਦੇ ਆ। ਚੱਲ ਫਿਰ ਮਾਰ ਕਿੱਕ, ਚੱਲ ਚਾਚਾ। ਜੇ ਤੁਸੀਂ ਵੀ ਕੈਨੇਡਾ, ਆਸਟ੍ਰੇਲੀਆ, UK ਜਾਂ ਕਿਸੇ ਵੀ ਹੋਰ ਕੰਟਰੀ ਤੋਂ ਰਿਫਿਊਜ਼ ਹੋ ਤੇ ਦੁਬਾਰਾ ਆਪਣਾ ਵੀਜ਼ਾ ਲੈਣਾ ਚਾਹੁੰਦੇ ਹੋ ਜਾਂ ਨਵੀਂ ਫਾਈਲ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਈਜ਼ੀਵੇ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਦੀ ਟੀਮ ਨੂੰ ਮਿਲੋ ਤੇ ਤੁਸੀਂ ਵੀ ਆਪਣੇ ਸੁਪਨਿਆਂ ਦੀ ਉਡਾਨ ਭਰੋ।